एक बार फिर ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਯਾਦਵਿੰਦਰ ਸਿੰਘ ਸੁਤਕੋਹਾ ਵਾਰਸਾ ਪੋਲੈਂਡ ਤੋਂ। ਔਰ ਜਿਸ ਤਰ੍ਹਾਂ ਅਸੀਂ ਸਮੇਂ-ਸਮੇਂ ਜੋ ਕੌਮੀ ਮੁੱਦੇ ਨੇ ਉਹਨਾਂ ਨੂੰ ਇਸ ਮੰਚ ਤੋਂ ਵਿਚਾਰਦੇ ਹਾਂ। ਸਮਾਂ ਗੁਜ਼ਰਦਾ ਜਾਂਦਾ ਹੈ, ਹਰ ਦਿਨ ਹਰ ਸਮਾਂ ਹਰ ਪਲ ਕੁਛ ਨਵੀਆਂ ਚੁਣੌਤੀਆਂ ਲੈ ਕੇ ਸਾਹਮਣੇ ਆਉਂਦਾ ਹੈ। ਕੌਮ ਦੇ ਕਈ ਚੀਜ਼ਾਂ ਨੈਤਿਕ ਤੌਰ 'ਤੇ ਸਾਨੂੰ ਉਹਨਾਂ ਨੂੰ ਰਿਲਾਈਜ਼ ਕਰਨਾ ਪੈਂਦਾ, ਦੇਖਣਾ ਪੈਂਦਾ। ਮੌਜੂਦਾ ਜੋ ਅੱਜ ਦਾ ਸਾਡਾ ਸਮਾਂ ਚੱਲ ਰਿਹਾ ਹੈ ਪੂਰੀ ਦੁਨੀਆ 'ਤੇ, ਕਰੋਨਾ ਵਾਇਰਸ ਕਰਕੇ ਹਰ ਦਿਨ ਨਵੇਂ ਮਸਲੇ, ਨਵੀਆਂ ਸਥਿਤੀਆਂ ਪੈਦਾ ਹੋ ਰਹੀਆਂ ਨੇ ਜਿਨ੍ਹਾਂ ਨੂੰ ਵਾਚਣਾ ਪੈ ਰਿਹਾ, ਦੇਖਣਾ ਪੈ ਰਿਹਾ। ਔਰ ਉਹਦੇ ਵਿੱਚ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਜਾਂਦੇ ਨੇ ਜਿਨ੍ਹਾਂ 'ਤੇ ਬੜਾ ਨਿੱਘਰ ਦਿਮਾਗ ਰੱਖ ਕੇ ਬੜੇ ਧਿਆਨ ਨਾਲ ਨਵੇਂ ਸਿਰਿਓਂ ਉਹਨਾਂ ਚੀਜ਼ਾਂ ਨੂੰ ਵਿਚਾਰਨਾ ਪੈਂਦਾ ਹੈ ਕਿ ਨਵੀਆਂ ਹਾਲਾਤਾਂ ਦੇ ਵਿੱਚ ਅਸੀਂ ਆਪਣੀਆਂ ਕੌਮੀ ਪਰੰਪਰਾਵਾਂ ਨੂੰ, ਅਸੀਂ ਆਪਣੀ ਪਛਾਣ ਨੂੰ, ਅਸੀਂ ਆਪਣੀ ਦਿੱਖ ਨੂੰ, ਅਸੀਂ ਆਪਣੇ ਕੌਮੀ ਇੱਕ ਕਿਰਦਾਰ ਨੂੰ ਕਿਸ ਢੰਗ ਨਾਲ ਉਹਦੇ ਵਿੱਚੋਂ ਅਸੀਂ ਲੈ ਕੇ ਜਾਣਾ ਹੈ, ਨਵੀਆਂ ਸਥਿਤੀਆਂ ਦੇ ਨਾਲ, ਹਾਲਾਤਾਂ ਦੇ ਨਾਲ ਉਹਨੂੰ ਹੰਡਾਉਣਾ ਹੈ। ਸੋ ਸਮਾਂ ਜੋ ਚੱਲ ਰਿਹਾ ਹੈ, ਖਬਰ 2-4 ਰੋਜ਼ ਤੋਂ ਇੱਕ ਹੈ ਜੋ ਕਿ ਸਿੱਖ ਪਛਾਣ ਨਾਲ ਸੰਬੰਧਿਤ ਖਬਰ ਹੈ। ਕੈਨੇਡਾ ਦੇ ਵਿੱਚ 2 ਡਾਕਟਰ ਭਰਾਵਾਂ ਨੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਮਰੀਜ਼ਾਂ ਦਾ ਇਲਾਜ ਕਰਨ ਦੇ ਮਾਮਲੇ ਦੇ ਵਿੱਚ ਜੋ ਇੱਕ ਮਾਸਕ ਖਾਸ ਤੌਰ 'ਤੇ ਤਿਆਰ ਹੁੰਦਾ ਡਾਕਟਰੀ ਪੇਸ਼ੇ ਲਈ, ਉਸ ਮਾਸਕ ਨੂੰ ਪਾਉਣ ਲਈ ਉਹਨਾਂ ਨੇ ਆਪਣਾ ਸਾਬਤ ਸੂਟ ਜੋ ਉਹਨਾਂ ਦੀ ਦਿੱਖ ਸੀਗੀ ਉਹ ਕਲੀਨ ਸ਼ੇਵਨ ਹੋ ਗਏ। 2 ਭਰਾ ਨੇ, ਸਲੂਜਾ ਬ੍ਰਦਰਸ ਕਰਕੇ ਖਬਰ ਆ ਰਹੀ ਹੈ। ਪੂਰੀ ਦੁਨੀਆ ਦੇ ਮੀਡੀਆ ਦੇ ਵਿੱਚ ਇਸ ਖਬਰ ਨੂੰ ਜਗ੍ਹਾ ਮਿਲੀ ਹੈ। ਜੋ ਦਾ ਪ੍ਰਿੰਟ ਨਿਊਜ਼ਪੇਪਰ ਹੈ ਉਹਨੂੰ ਇਸ ਢੰਗ ਨਾਲ ਲਿਆ ਹੈ। A Sikh doctor based in Canada had to choose between his religious faith and the Hippocratic oath. ਸੋ ਅਸੀਂ ਇਸ ਤੇ ਗੱਲ ਕਰਨ ਦਾ ਮਨ ਬਣਾਇਆ ਕਿ ਇਹ ਕਹਾਣੀ ਕੀ ਹੈ, ਕਿੰਨਾ ਹਾਲਾਤਾਂ ਦੇ ਵਿੱਚ ਉਸ ਡਾਕਟਰ ਭਰਾਵਾਂ ਨੇ ਇਹ ਫੈਸਲਾ ਲਿਆ ਹੈ ਔਰ ਇਸ ਨੂੰ ਕਿਸ ਨਜ਼ਰੀਏ ਦੇ ਨਾਲ ਹੁਣ ਪੇਸ਼ ਕੀਤਾ ਜਾ ਰਿਹਾ। ਅਸੀਂ ਨਿੱਜੀ ਤੌਰ 'ਤੇ ਉਹਨਾਂ ਨੂੰ ਨਹੀਂ ਜਾਣਦੇ ਕਿ ਉਹਨਾਂ ਨੇ ਕੀ ਸੋਚਿਆ ਹੋਏਗਾ ਕਿ ਸਿੱਖੀ ਪਛਾਣ ਨੂੰ ਲੈ ਕੇ ਅਸੀਂ ਦੁਨੀਆ ਦੇ ਜਿਹੜੇ ਪੇਸ਼ੇ ਨੇ, ਖਾਸ ਕਰ ਸੈਂਸਿਟਿਵ ਪੇਸ਼ੇ, ਡਾਕਟਰੀ ਲਾਈਨ ਵਰਗੇ, ਉਹਨਾਂ ਦੇ ਵਿੱਚ ਕੰਮ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਇਹ ਇੱਕ ਵਿਚਾਰਨ ਦਾ ਸਬਜੈਕਟ ਹੈਗਾ, ਵਿਸ਼ਾ ਹੈਗਾ। ਇਹ ਕੋਈ ਨਾ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਵਾਪਰ ਜਾਵੇ ਤੇ ਅਸੀਂ ਇੱਥੇ ਕੋਈ ਗੱਲ ਨਾ ਕਰੀਏ, ਇਹਨੂੰ ਕਿਸੇ ਤਰੀਕੇ ਨਾਲ ਇਹਦੀ ਦੁਬਾਰਾ ਨਜ਼ਰਸਾਨੀ ਨਾ ਕਰੀਏ। ਸੋ ਖਾਸ ਵਿਸ਼ਾ ਹੈ, ਸਿੱਖ ਪਛਾਣ ਨਾਲ ਰਾਬਤਾ ਰੱਖਦਾ ਵਿਸ਼ਾ ਹੈ ਔਰ ਕੈਨੇਡਾ ਵਰਗੀ ਕੰਟਰੀ 'ਚ ਘਟਨਾ ਹੋਈ ਹੈ। ਇਸ ਚੀਜ਼ ਦੇ ਵਾਪਰਨ ਤੋਂ ਬਾਅਦ ਵਿੱਚ ਕੱਲ ਨੂੰ ਕੋਈ ਸਾਨੂੰ ਹੋਰ ਮੁਸ਼ਕਲ ਨਾ ਆਵੇ, ਕਿਉਂਕਿ ਜਦੋਂ ਇੱਕ ਚੀਜ਼ ਵਾਪਰ ਜਾਵੇ, ਪੰਜਾਬੀ ਦੀ ਕਹਾਵਤ ਹੈ ਨਾ ਕਿ ਗੱਲ ਸਹੀ ਦੀ ਨਹੀਂ, ਗੱਲ ਪਈ ਦੀ ਹੁੰਦੀ ਹੈ। ਸੋ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸਿੱਖ ਚਿੰਤਕ ਸਰਦਾਰ ਸੁਖਦੇਵ ਸਿੰਘ ਖੁਰਮਣੀਆ ਜੀ ਅਤੇ ਸਿੱਖ ਚਿੰਤਕ ਸਰਦਾਰ ਹਰਭਜਨ ਸਿੰਘ ਬਖਤਾ ਜੀ। ਸੋ ਹਰਭਜਨ ਸਿੰਘ ਜੀ, ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਇਸ ਸ਼ੋਅ ਵਿੱਚ। ਸੁਖਦੇਵ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ। ਖਬਰ ਤੁਸੀਂ ਜਾਣਦੇ ਹੋ ਜੋ ਵੀ ਘਟਨਾ ਵਾਪਰੀ ਹੈ, ਇੱਕ ਜੋ 2 ਡਾਕਟਰ ਭਰਾਵਾਂ ਨੇ ਇਹ ਫੈਸਲਾ ਲਿਆ ਕਿ ਇਹਨਾਂ ਨੂੰ ਜੋ ਕਲੀਨ ਸ਼ੇਵ ਹੋ ਕੇ ਜਿਹੜੀ ਫਰੰਟ ਲਾਈਨ ਹੈ ਕਰੋਨਾ ਵਾਇਰਸ ਦੇ ਮਾਮਲੇ ਦੇ ਵਿੱਚ, ਜਿਹੜੀ ਮੈਡੀਕਲ ਲਾਈਨ ਹੈ ਉਹਦੇ ਵਿੱਚ ਜਾ ਕੇ ਕੰਮ ਕਰਨਾ ਪਏਗਾ। ਇਸ ਖਬਰ ਨੂੰ ਅਸੀਂ ਕਈ ਐਂਗਲ ਤੋਂ ਦੇਖ ਸਕਦੇ ਹਾਂ, ਕਿਉਂਕਿ ਡਾਕਟਰੀ ਪੇਸ਼ਾ ਜਿਹੜਾ ਹੈ, ਸਿੱਖ ਕੌਮ ਇਸ ਮਾਮਲੇ ਦੇ ਵਿੱਚ ਬੜੀ ਅਗਾਂਹ ਵਧੂ ਹੈ ਕਿ ਪੂਰੀ ਦੁਨੀਆ ਦੇ ਵਿੱਚ ਹਜ਼ਾਰਾਂ ਡਾਕਟਰਸ ਜੋ ਸਿੱਖ ਨੇ ਔਰ ਉਹ ਕੰਮ ਕਰਦੇ ਨੇ ਹਸਪੀਟਲ ਦੇ ਵਿੱਚ, ਉਹ ਬੜੀ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ। ਅਸੀਂ ਨਿੱਤ ਬਹੁਤ ਸਾਰੀਆਂ ਐਸੀ ਵੀਡੀਓਜ਼ ਦੇਖਦੇ ਹਾਂ ਜਿਨ੍ਹਾਂ 'ਚ ਡਾਕਟਰ ਡਜ਼ਨਟ ਮੈਟਰ ਸਿੱਖ ਨੇ ਜਾਂ ਕੋਈ ਵੀ ਹੋਰ ਹੈ, ਡਾਕਟਰਾਂ ਦਾ ਪਹਿਲਾ ਇਹ ਮਕਸਦ ਰਹਿੰਦਾ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਕਿ ਬਿਮਾਰੀ ਕਿਸ ਤਰ੍ਹਾਂ ਦੀ ਹੈ, ਇਸ ਤੋਂ ਕਿਵੇਂ ਬਚਣਾ ਹੈ। ਔਰ ਅਸੀਂ ਬਹੁਤ ਸਾਰੇ ਸਿੱਖ ਡਾਕਟਰ ਦੀਆਂ ਵੀਡੀਓਜ਼ ਦੇਖਦੇ ਰਹਿੰਦੇ ਹਾਂ। ਸਾਨੂੰ ਇਸ ਤੋਂ ਪਤਾ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ
ਸਿੱਖ ਡਾਕਟਰਸ ਜਿਹੜੇ ਆ ਉਹ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ। ਇਹ ਪਹਿਲੀ ਖਬਰ ਆਈ ਹੈ, ਔਰ ਇਹ ਖਬਰ ਆਈ ਵੀ ਅਰਾਊਂਡ 2-2.5-3 ਮਹੀਨੇ ਲੇਟ ਹੈ ਇਸ ਮਹਾਮਾਰੀ ਦੇ ਚੱਲਦਿਆਂ। ਇਹ ਕੋਈ ਪਹਿਲੀਆਂ ਦੇ ਵਿੱਚੋਂ ਖਬਰ ਨਹੀਂ ਆ ਗਈ ਕਿ ਇਸ ਤਰ੍ਹਾਂ ਹਾਲਾਤ ਬਣੇ ਨੇ ਔਰ ਇਸ ਤਰ੍ਹਾਂ ਜੋ ਕਿ ਇੱਕਦਮ ਫੈਸਲਾ ਲੈਣਾ ਪੈ ਗਿਆ। ਸੋ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਜੀ, ਹਾਂਜੀ, ਕੁਐਸਚਨ ਬਾਈ ਕੁਐਸਚਨ ਅਸੀਂ ਗੱਲ ਕਰੀਏ, ਕੀ ਤੁਸੀਂ ਸੋਚਦੇ ਹੋ ਕਿ ਸਿੱਖ ਰੂਪ ਰੇਖਾ, ਸਿੱਖ ਦਿੱਖ, ਸਿੱਖ ਪਛਾਣ ਔਰ ਸਾਬਤ ਸੂਰਤ ਇੱਕ ਵਰਸ਼ਨ ਲੈ ਕੇ ਕੀ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਹੈ? ਖੈਰ ਅਸੀਂ ਮੈਡੀਕਲ ਲਾਈਨ ਦੇ ਬਹੁਤ ਪਰਫੈਕਟ ਬੰਦੇ ਨਹੀਂ ਹੈਗੇ, ਪਰ ਕਿਉਂਕਿ ਆਲਰੇਡੀ ਮੈਡੀਕਲ ਲਾਈਨ 'ਚ ਬਹੁਤ ਸਾਰੇ ਸਿੱਖ ਕੰਮ ਕਰਦੇ ਪਏ ਨੇ, ਸੋ ਉਹਨਾਂ ਨੂੰ ਐਜ਼ ਅ ਐਗਜ਼ਾਮਪਲ ਲੈ ਕੇ ਕੀ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਹੈ ਇਸ ਤੋਂ ਪਹਿਲਾਂ ਕਦੇ ਆਈ, ਜਾਂ ਇਸ ਚੀਜ਼ ਦੇ ਪਿੱਛੇ ਘਟਨਾ ਕੁਛ ਕਿਸੇ ਕਿਸਮ ਦੀ ਵਾਪਰੀ ਔਰ ਕੁਛ ਵੱਖਰੀ ਕਿਸਮ ਦੇ ਲੋਕ ਇਸ ਤੋਂ ਬਹੁਤ ਜ਼ਿਆਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵਕਤ? ਕਿੱਦਾਂ ਤੁਸੀਂ ਦੇਖਦੇ ਹੋ ਇਸ ਪੂਰੇ ਦ੍ਰਿਸ਼ ਨੂੰ? ਪਲੀਜ਼ ਤੁਸੀਂ ਪਹਿਲਾਂ ਇਸ ਗੱਲ ਨੂੰ ਥੋੜਾ ਜਿਹਾ। ਹਾਂਜੀ ਯਾਦਵਿੰਦਰ ਸਿੰਘ ਜੀ, ਗੱਲ ਇਸ ਤਰ੍ਹਾਂ ਹੈ ਕਿ ਇੱਕ ਤੇ ਗੱਲ ਹੈ ਕਿ ਉਸ ਬੰਦੇ ਦਾ ਨਿੱਜੀ ਫੈਸਲਾ ਹੈ, ਹਾਲਾਂਕਿ ਇਹਨੂੰ ਮੀਡੀਆ ਦੇ ਵਿੱਚ ਪੇਸ਼ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ, ਕਈ ਥਾਵਾਂ ਤੇ ਖਬਰ ਇਸ ਤਰ੍ਹਾਂ ਵੀ ਛਪੀ ਹੈ ਕਿ ਜਦੋਂ ਇੱਕ ਸਿੱਖ ਵਾਸਤੇ ਕੇਸ ਤੇ ਸੇਵਾ ਦੇ ਵਿੱਚੋਂ ਇੱਕ ਨੂੰ ਚੁਣਨਾ ਪਿਆ ਤੇ ਉਹਨੇ ਸੇਵਾ ਨੂੰ ਚੁਣਿਆ। ਹੁਣ ਵੱਡੀ ਗੱਲ ਇਹ ਆ ਕਿ ਸ਼ੋਅ ਇਹ ਕੀਤਾ ਜਾ ਰਿਹਾ ਕਿ ਸ਼ਾਇਦ ਸਿੱਖੀ ਦੇ ਹੀ ਦੋ ਪਿੱਲਰ ਜਿਹੜੇ ਨੇ, ਦੋ ਮੁੱਖ ਸਿਧਾਂਤ ਜਿਹੜੇ ਨੇ, ਉਹ ਆਪਾ ਵਿਰੋਧੀ ਹੋ ਗਏ ਨੇ ਇੱਥੇ ਆ ਕੇ। ਜੀ, ਜਿਹੜੀ ਤੁਸੀਂ ਗੱਲ ਸ਼ੁਰੂ ਵਿੱਚ ਕੀਤੀ ਸੀ ਕਿ ਗੱਲ ਸਹਿ ਦੀ ਨਹੀਂ, ਗੱਲ ਪੈ ਦੀ ਹੈ। ਇੱਕ ਪਾਸੇ ਲੰਮੀ ਜਦੋਜਹਿਦ ਦੇ ਨਾਲ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਵੱਖ-ਵੱਖ ਕਿੱਤਿਆਂ ਦੇ ਵਿੱਚ ਆਪਣੀ ਪਛਾਣ ਬਣਾਈ ਹੈ, ਜਿਹਦੇ ਵਿੱਚ ਜਿਹੜੀਆਂ ਦੇਸ਼ਾਂ ਦੀ ਆਰਮੀਜ਼ ਨੇ, ਇੱਥੋਂ ਤੱਕ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਤੇ ਉੱਥੋਂ ਦੇ ਰੱਖਿਆ ਮੰਤਰਾਲੇ ਦੇ ਵਿੱਚ ਮੁੱਖ ਅਹੁਦਿਆਂ ਦੇ ਉੱਤੇ ਸਿੱਖ ਜਿਹੜੇ ਵਿਰਾਜਮਾਨ ਹੋਏ ਨੇ। ਬਿਲਕੁਲ। ਤੇ ਹਮੇਸ਼ਾ ਸਿੱਖ ਨੇ ਕੋਸ਼ਿਸ਼ ਕੀਤੀ ਹੈ ਕਿ ਆਪਣੀ ਜਿਹੜੀ ਪਹਿਲੀ ਪਛਾਣ ਹੈ ਸਿੱਖੀ ਦੇ ਤੌਰ ਤੇ, ਉਹਨੂੰ ਬਰਕਰਾਰ ਰੱਖਦਿਆਂ ਜਿਹੜੀਆਂ ਹੋਰ ਚੋਇਸਿਸ ਨੇ ਉਹਨਾਂ ਦੇ ਵਿੱਚ ਐਂਟਰ ਹੋਇਆ ਜਾਵੇ, ਹੋਰ ਕਿੱਤਿਆਂ ਦੇ ਵਿੱਚ। ਤੇ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੁੱਦਾ ਮਈ ਦੇ ਮਹੀਨੇ ਦੇ ਵਿੱਚ ਆ ਰਿਹਾ ਹੈ, ਜਦੋਂ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਜਿਹੜੀ ਹੈ ਇਹ ਦਸੰਬਰ ਤੋਂ ਸ਼ੁਰੂ ਹੋਈ। ਚਲੋ ਜਨਵਰੀ 'ਚ ਇਹਨੂੰ ਬਹੁਤ ਸਾਰੇ ਲੋਕਾਂ ਨੇ ਜਾਣ ਲਿਆ, ਤੇ ਜੇ ਇੱਕ ਡਾਕਟਰੀ ਪੇਸ਼ੇ ਦੇ ਨਾਲ ਜੁੜੇ ਬੰਦੇ ਦੀ, ਪ੍ਰੋਫੈਸ਼ਨਲ ਦੀ ਗੱਲ ਕਰੀਏ ਤੇ ਉਹਨੂੰ ਸ਼ਾਇਦ ਦਸੰਬਰ ਜਾਂ ਜਨਵਰੀ ਤੋਂ ਹਾਲਾਤਾਂ ਦੀ ਸਮਝ ਲੱਗਣੀ ਸ਼ੁਰੂ ਹੋ ਜਾਏਗੀ, ਹੋ ਗਈ ਹੋਏਗੀ। ਤੇ ਹੁਣ ਜੋ ਉਹਨਾਂ ਦੀ ਇੰਟਰਵਿਊ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਜਿਹੜੇ N95 ਮਾਸਕ ਨੇ ਜਿਹੜੇ ਇਹਦੇ ਵਾਸਤੇ ਲੋੜੀਂਦੇ ਨੇ, ਜਿਹੜੇ ਸਿੱਖ ਚਿਹਰੇ ਦੇ ਉੱਤੇ ਫਿੱਟ ਨਹੀਂ ਆਉਂਦੇ, ਉਹ ਸਿੱਖ ਚਿਹਰੇ ਵਾਸਤੇ ਢੁਕਵੇਂ ਮਾਸਕ ਬਣਨ ਦੇ ਵਿੱਚ 10 ਹਫ਼ਤੇ ਦਾ ਸਮਾਂ ਜਿਹੜਾ ਉਹ ਲੱਗ ਸਕਦਾ ਹੈ। ਤੇ ਹੁਣ ਐਜ ਏ ਪ੍ਰੋਫੈਸ਼ਨਲ ਕਿੰਨੇ ਸਾਡੇ ਸਿੱਖ ਭਰਾ ਜਿਹੜੇ ਨੇ ਉਹ ਡਾਕਟਰੀ ਲਾਈਨ ਦੇ ਵਿੱਚ ਵੱਖ-ਵੱਖ ਦੇਸ਼ਾਂ 'ਚ ਕੰਮ ਕਰ ਰਹੇ ਨੇ। ਤੇ ਪਹਿਲੀ ਹੈਰਾਨੀ ਇਹ ਵੀ ਹੁੰਦੀ ਹੈ ਕਿ ਇੱਕ ਮੁੱਖ ਲੋੜ ਜਿਹੜੀ ਮਾਸਕ ਹੈ, ਕਿਸੇ ਵੀ ਵਾਇਰਸ ਦੇ ਨਾਲ ਮਰੀਜ਼ ਦਾ ਇਲਾਜ ਕਰ ਰਹੇ ਹੋ ਤੁਸੀਂ, ਬਿਲਕੁਲ। ਤੇ ਕੀ ਅੱਜ ਤੱਕ ਸਾਡੇ ਜਿਹੜੇ ਡਾਕਟਰੀ ਕਮਿਊਨਿਟੀ ਦੇ ਨਾਲ ਰਿਲੇਟਡ ਸਾਡੇ ਸਿੱਖ ਭਰਾ ਨੇ, ਕੀ ਉਹਨਾਂ ਨੇ ਅੱਜ ਤੱਕ ਇਹਦੇ ਬਾਰੇ ਸੋਚਿਆ ਹੀ ਨਹੀਂ ਕਿ ਸਿੱਖ ਚਿਹਰੇ ਦੇ ਵਾਸਤੇ ਢੁਕਵਾਂ ਮਾਸਕ ਜਿਹੜਾ ਹੈ ਉਹ ਸਾਨੂੰ ਉਪਲਬਧ ਹੋਣਾ ਚਾਹੀਦਾ ਹੈ? ਕੀ ਇਹਦੀ ਪਹਿਲਾਂ ਕਿਤੇ ਲੋੜ ਨਹੀਂ ਪਈ? ਜਾਂ ਮੈਂ ਇਹ ਵੀ ਸੁਣਿਆ ਜਿਹੜੇ ਲੋਕ ਇਹਨੂੰ ਕਹਿ ਰਹੇ ਨੇ ਕਿ ਫਾਲਸ ਡਿਸੀਜਨ ਹੈ, ਕਿ ਗਲਤ ਡਿਸੀਜਨ ਲਿਆ ਕੇਸ ਕਤਲ ਕਰਾਉਣ ਦਾ, ਉਹ ਇਹ ਵੀ ਦਲੀਲ ਦੇ ਰਹੇ ਨੇ ਕਿ N95 ਨੂੰ ਇਸ ਤਰੀਕੇ ਨਾਲ ਮੋਡੀਫਾਈ ਕੀਤਾ ਜਾ ਸਕਦਾ ਹੈ, ਜਾਂ ਇਹਦੇ ਨਾਲ ਹੋਰ ਇੱਕ ਦੋ ਚੀਜ਼ਾਂ ਜੋੜ ਕੇ ਇਹਨੂੰ ਦਾੜੀ ਵਾਲੇ ਚਿਹਰੇ ਵਾਸਤੇ ਢੁਕਵਾਂ ਬਣਾਇਆ ਜਾ ਸਕਦਾ ਹੈ। ਤੇ ਕੀ ਲਾਸਟ ਇਹੀ ਆਪਸ਼ਨ ਸੀ ਜਾਂ ਕੋਈ ਹੋਰ ਆਪਸ਼ਨ ਵੀ ਹੈਗੀ ਸੀ? ਫਿਰ ਜਿਹੜੀ ਤੁਸੀਂ ਗੱਲ ਕੀਤੀ ਕਿ ਫਰੰਟ ਲਾਈਨ ਤੋਂ ਉਹਨਾਂ ਨੂੰ ਹਟਾਉਣ ਦੀ ਗੱਲ ਹੋਈ ਸੀ ਕਿ ਫਰੰਟ ਲਾਈਨ ਤੇ ਸੇਵਾ ਨਹੀਂ ਕਰ ਸਕਦੇ, ਤੇ ਕੀ ਉਸ ਟੀਮ ਦੇ ਵਿੱਚ ਕੋਈ ਹੋਰ ਐਸੀ ਜਗ੍ਹਾ ਨਹੀਂ ਜਿੱਥੇ ਉਹ ਸੇਵਾ ਨਿਭਾ ਸਕਦੇ ਹੋਣ? ਗੱਲ ਜਦੋਂ ਸੇਵਾ ਦੀ ਆਉਂਦੀ ਹੈ ਤੇ ਇੱਕ ਟੀਮ ਦੇ ਵਿੱਚ ਜ਼ਰੂਰੀ ਨਹੀਂ ਕਿ ਇੱਕ ਜਿਹੜਾ ਡਾਕਟਰ ਸੰਪਰਕ 'ਚ ਆ ਰਿਹਾ ਮਰੀਜ਼ ਦੇ ਨਾਲ ਉਹੀ ਹੈ, ਉਸ ਟੀਮ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹੁੰਦੀਆਂ ਨੇ ਜਿੱਥੇ ਡਾਕਟਰ ਕੰਮ ਕਰ ਸਕਦੇ ਨੇ। ਤੇ ਇਹ ਸਾਰੇ ਕੁਛ ਦਾ ਜਿਹੜਾ ਖੁਲਾਸਾ ਹੈ ਅਜੇ ਤੱਕ ਮੀਡੀਆ ਰਿਪੋਰਟਾਂ ਦੇ ਵਿੱਚ ਨਹੀਂ ਹੋਇਆ। ਤੇ ਹਾਂ, ਇਹ ਜ਼ਰੂਰ ਹੈ ਕਿ ਇਸ ਸਹਿ ਨੂੰ ਪਿਆ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਮੀਡੀਆ ਦੇ ਵਿੰਗ ਵੱਲੋਂ ਜਿਹੜੀ ਹੋ ਰਹੀ ਹੈ, ਉਹ ਵਾਕਈ ਦੁਖਦਾਈ ਹੈ। ਜੀ। ਹਰਭਜਨ ਸਿੰਘ ਜੀ, ਮੈਂ ਤੁਹਾਡੇ ਵੱਲ ਆਵਾਂਗਾ। ਜੀ। ਇਹ ਮਾਮਲਾ ਬੜਾ ਸੰਜੀਦਾ ਹੈ, ਇਹ ਮਾਮਲਾ ਬੜਾ ਇੱਕ ਕਿਸਮ ਦਾ ਬੜਾ ਰੂਟਸ ਨਾਲ ਜੁੜਿਆ ਹੋਇਆ ਸਿੱਖ ਕਿਸਮ ਦੀ। ਅਸੀਂ ਇਹਨੂੰ ਬਿਲਕੁਲ ਇਸ ਤਰ੍ਹਾਂ ਕਰਕੇ ਨਹੀਂ ਛੱਡ ਸਕਦੇ ਕਿ
ਜਾਂ ਕੋਈ ਸਮਝੌਤਾ ਹੋ ਜਾਵੇ ਵਕਤ ਬਾ ਵਕਤ ਕਿਸੇ ਤਰੀਕੇ ਨਾਲ ਨਾ, ਉਹ ਵੀ ਤਾਂ ਕਿਉਂਕਿ ਇੱਕ ਤਾਂ ਕੀ ਹੁੰਦਾ ਹੈ, ਇੱਕ ਤਾਂ ਨਿੱਜੀ ਫੈਸਲਾ ਹੁੰਦਾ, ਠੀਕ ਹੈ, ਨਿੱਜੀ ਫੈਸਲਾ ਲਿਆ ਗਿਆ ਹੈ। ਅਸੀਂ ਇੱਕ ਅੱਜ ਦੀ ਦੁਨੀਆ 'ਚ ਰਹਿੰਦੇ ਹਾਂ, ਜਿਹੜੀ ਆਜ਼ਾਦ ਦੁਨੀਆ, ਇੱਥੇ ਨਿੱਜੀ ਫੈਸਲੇ ਲਏ ਜਾ ਸਕਦੇ ਨੇ, ਪਰ ਕੁਝ ਚੀਜ਼ਾਂ ਬੜੀ ਦੂਰ ਤੱਕ ਤੁਹਾਡੀ ਪਛਾਣ ਨਾਲ ਜੁੜੀਆਂ ਹੁੰਦੀਆਂ ਨੇ, ਜਿਹੜੀਆਂ ਕਿ ਦੂਰ ਤੱਕ ਜਾਂਦੀਆਂ ਨੇ, ਔਰ ਉਹ ਗਾਂਹ ਜਾ ਕੇ ਜਾਂ ਦੂਜਿਆਂ ਨੂੰ ਵੀ ਉਹ ਜੇ ਅਸੀਂ ਕੋਈ ਬੜਾ ਕਿਸੇ ਇੱਕ ਖਾਸ ਕਮਿਊਨਿਟੀ ਨਾਲ ਜੁੜਿਆ ਇਨਸਾਨ ਜਾਂ ਸ਼ਖਸੀਅਤ ਜਿਹੜੀ ਹੈ, ਇੱਕ ਪਛਾਣ ਹੈ, ਉਹ ਬੜਾ ਵੱਡਾ ਕੰਮ ਕਰੇ ਤੇ ਸਾਰਿਆਂ ਵਾਸਤੇ ਉਹ ਇੱਕ ਬਣ ਜਾਂਦੀ ਹੈ ਕਿ ਹਾਂ ਇੱਕ ਪਰਸਨੈਲਿਟੀ ਬਣ ਜਾਂਦੀ ਹੈ, ਲੋਕ ਫੋਲੋ ਕਰਦੇ ਨੇ। ਜਿਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਆ ਜਾਵੇ ਤੇ ਜਿਹੜੀ ਕਿ ਜਿੱਥੇ ਅਸੀਂ ਚਰਚਾ ਕਰ ਰਹੇ ਹਾਂ, ਹੋ ਸਕਦਾ ਕਿ ਆਉਣ ਵਾਲੇ ਟਾਈਮ 'ਚ ਕੁਝ ਸਿੱਖੀ ਸਰੂਪ ਨੂੰ ਚੁਣੌਤੀਆਂ ਦਿੱਤੀਆਂ ਜਾਣ ਕੋਰਟਸ ਦੇ ਵਿੱਚ ਜਾਂ ਸਮਥਿੰਗ ਇਸ ਪ੍ਰੋਫੈਸ਼ਨ ਦੇ ਵਿੱਚ, ਕਿ ਇਹ ਚੀਜ਼ ਸਾਡੇ ਵਾਸਤੇ ਇੱਕ ਗਲਤ ਸੰਦੇਸ਼ ਲੈ ਕੇ ਚੱਲੇ। ਕੀ ਸੋਚਦੇ ਹੋ ਕਿ ਇਹ ਚੀਜ਼, ਇਹਦੇ ਬਾਰੇ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ, ਜਾਂ ਸਿਰਫ ਇੰਨਾ ਹੀ ਕਹਿ ਕੇ ਛੱਡ ਦਈਏ ਕਿ ਠੀਕ ਹੈ ਉਹ ਕਿਸੇ ਦਾ ਨਿੱਜੀ ਫੈਸਲਾ ਸੀਗਾ ਤਾਂ ਉਹਨੇ ਲੈ ਲਿਆ ਤੇ ਠੀਕ ਹੈ ਚੱਲੇਗਾ ਕੰਮ? ਇਹ ਦੋ ਚੀਜ਼ਾਂ ਬੜੀਆਂ ਗੰਭੀਰਤਾ ਨਾਲ ਵੇਖਣੀਆਂ ਚੀਜ਼ਾਂ। ਕੀ ਕਹੋਗੇ? ਨਹੀਂ, ਦੇਖੋ ਜਸਵਿੰਦਰ ਜੀ, ਇਹ ਜਿਹੜਾ ਤੁਸੀਂ ਅੱਜ ਜਿਹੜੇ ਟੌਪਿਕ ਤੇ ਗੱਲ ਸ਼ੁਰੂ ਕੀਤੀ ਆ, ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਇਸ ਤੋਂ ਪਹਿਲਾਂ ਜਦੋਂ ਇਹ ਕੈਨੇਡਾ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਆ ਕਿ ਇੱਕ ਡਾਕਟਰ ਵੱਲੋਂ ਇਹ ਜਿਹੜਾ ਸਿੱਖੀ ਸਰੂਪ ਉਹਨੇ ਆਪਣਾ ਤਲਾਂਜਲੀ ਦੇ ਕੇ ਤੇ ਸੇਵਾ ਵਾਸਤੇ ਉਹਨੇ ਪਹਿਲਾਂ ਜਿਹੜੀ ਸਭ ਤੋਂ ਪਹਿਲਾ ਕੰਮ ਉਹਨੇ ਸੇਵਾ ਨੂੰ ਚੁਣਿਆ ਉਹਨੇ, ਤੇ ਉਹਦੇ ਵਾਸਤੇ ਇਸ ਚੀਜ਼ ਤੋਂ ਜਿਹੜਾ ਰੌਲਾ ਪੈ ਗਿਆ ਕਿ ਉਹਨੇ ਆਪਣੇ ਕੇਸ ਕਤਲ ਕਰਵਾ ਦਿੱਤੇ। ਮੈਂ ਤੁਹਾਡਾ ਧਿਆਨ ਥੋੜਾ ਜਿਹਾ ਇਸ ਤੋਂ ਪਿੱਛੇ ਦਵਾਉਣਾ ਚਾਹੂੰਗਾ ਕਿ ਇਸ ਤੋਂ ਕੁਝ ਦਿਨ ਪਹਿਲਾਂ ਜਿਹੜਾ ਯੂਕੇ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ, ਸ਼ਾਇਦ ਤੁਸੀਂ ਉਹ ਪੜ੍ਹਿਆ ਹੋਊਗਾ। ਉੱਥੇ ਯੂਕੇ ਦੇ ਵਿੱਚ ਇਸ ਤੋਂ ਪਹਿਲਾਂ ਕੋਈ 5-4 ਦਿਨ ਦੇ ਫਰਕ ਨਾਲ ਉਹ ਮਾਮਲਾ ਸਾਹਮਣੇ ਆਉਂਦਾ। ਉਸ ਮਾਮਲੇ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਫਰੰਟ ਲਾਈਨ ਤੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਡਾਕਟਰ ਨੇ, ਜਿਹੜਾ ਸਿਹਤ ਅਮਲਾ ਵਾ, ਉਹਨਾਂ ਨੂੰ ਇਸ ਕਰਕੇ ਜਾਂ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਜਿਹੜੇ ਦਾੜੀ ਦੇ ਕੇਸ ਆ ਉਹਨਾਂ ਨੂੰ ਸਾਫ਼ ਕਰ ਦਿਓ, ਉਹਨਾਂ ਨੂੰ ਕਟਾ ਦਿਓ, ਤੇ ਜੇਕਰ ਨਹੀਂ ਕਟਾਉਂਦੇ ਤੇ ਫਿਰ ਤੁਹਾਨੂੰ ਫਰੰਟ ਲਾਈਨ ਤੇ ਤੁਸੀਂ ਕੰਮ ਨਹੀਂ ਕਰ ਸਕਦੇ। ਤੇ ਉਹਦੇ ਵਿੱਚ ਵੀ ਡਾਕਟਰਾਂ ਨੇ ਇਤਰਾਜ਼ ਪ੍ਰਗਟ ਕੀਤਾ ਸੀ। ਸਿੱਖ ਸੰਸਥਾਵਾਂ ਨੇ ਉਹਦੇ ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਸੀ ਕਿ ਇਹੋ ਜਿਹਾ ਨਹੀਂ ਕਰਨਾ ਚਾਹੀਦਾ। ਦੇਖੋ, ਇਹ ਜ਼ਰੂਰੀ ਨਹੀਂ ਹੈ ਕਿ ਫਰੰਟ ਲਾਈਨ ਤੇ ਕੰਮ ਕਰਨ ਦੇ ਵਿੱਚ ਉਹਨਾਂ ਥਾਵਾਂ ਤੇ ਹੀ ਫਰੰਟ ਲਾਈਨ ਮੰਨਿਆ ਜਾਂਦਾ। ਜਿਵੇਂ ਕਿ ਸੁਖਦੇਵ ਸਿੰਘ ਨੇ ਕਿਹਾ ਕਿ ਫਰੰਟ ਲਾਈਨ ਦਾ ਮਤਲਬ ਹਰਗਿਜ਼ ਇਹ ਨਹੀਂ ਹੁੰਦਾ ਕਿ ਉਹਨਾਂ ਵਾਰਡਾਂ ਦੇ ਵਿੱਚ ਕੰਮ ਕਰਨਾ ਜਿੱਥੇ ਉਹ ਪੋਜ਼ਿਟਿਵ ਲੋਕ ਨੇ। ਫਰੰਟ ਲਾਈਨ ਦਾ ਮਤਲਬ ਬੜੇ ਅਰਥ ਹੋ ਸਕਦੇ ਨੇ ਫਰੰਟ ਲਾਈਨ ਦੇ। ਸੋ ਇਸ ਕਰਕੇ ਉਹਦੀ ਵੀ ਜਿਹੜੀ ਆ ਉਹਦੇ ਤੇ ਵੀ ਇਹ ਇਤਰਾਜ਼ ਜਿਹੜਾ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਸੀਗਾ, ਇਸ ਕਰਕੇ ਨੱਪਿਆ ਗਿਆ ਕਿ ਕਿਉਂਕਿ ਇਹਦਾ ਕੋਈ ਨੁਕਸਾਨ ਨਹੀਂ ਹੋਇਆ, ਕਿਸੇ ਧਰਮ ਦੀਆਂ ਭਾਵਨਾਵਾਂ ਜਿਹੜੀਆਂ ਵਾ ਉਹਨਾਂ ਨੂੰ ਠੇਸ ਨਹੀਂ ਪੁੱਜੀ, ਕਿਸੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਕੋਈ ਜਿਹੜਾ ਉਹ ਬਾਅਦ ਚਰਚਾ ਹੁੰਦੀ। ਉਹ ਇੱਕ ਉਹਨਾਂ ਦਾ ਫੈਸਲਾ ਸੀ ਕਿ ਜੇਕਰ ਤੁਸੀਂ ਇੱਥੇ ਕੰਮ ਕਰਨਾ ਤੇ ਤੁਹਾਨੂੰ ਇਹ ਕੇਸ ਕਟਾਉਣੇ ਪੈਣਗੇ, ਕਤਲ ਕਰਵਾਉਣੇ ਪੈਣਗੇ, ਜੇ ਨਹੀਂ ਤੇ ਤੁਸੀਂ ਪਿੱਛੇ ਕੰਮ ਕਰ ਲਓ। 1-2 ਦਿਨ ਉਹ ਮਾਮਲਾ ਉੱਠਦਾ ਤੇ ਉਸ ਤੋਂ ਬਾਅਦ ਉਹ ਨੱਪਿਆ ਜਾਂਦਾ। ਫਿਰ ਉਸ ਤੋਂ ਬਾਅਦ ਇੱਕ ਕੈਨੇਡਾ ਵਾਲਾ ਮਾਮਲਾ ਸਾਹਮਣੇ ਆਉਂਦਾ, ਜਿਹਦੇ ਵਿੱਚ ਇੱਕ ਡਾਕਟਰ ਆਪਣੀ ਜਿਹੜੀ ਮੀਡੀਆ ਦੇ ਵਿੱਚ ਖਬਰ ਛਪਦੀ ਆ, ਫੋਟੋ ਸਾਹਮਣੇ ਆਉਂਦੀ ਆ ਉਹਦੀ ਕਿ ਇੱਕ ਡਾਕਟਰ ਆ, ਉਹਨੇ ਸੇਵਾ ਨੂੰ ਚੁਣਿਆ। ਤੇ ਦੇਖੋ ਸਿੱਖੀ ਕਿੰਨੀ ਮਤਲਬ ਜਿਹੜੀ ਆ ਉਹ ਸੇਵਾ ਭਾਵਨਾ ਵਾਲੀ ਆ, ਜਿਹੜੇ ਸਿੱਖ ਨੇ ਉਹ ਕਿੰਨਾ ਸੇਵਾ ਭਾਵਨਾ ਦੇ ਨਾਲ ਚੱਲਦੇ ਨੇ। ਦੇਖੋ ਉਹਨੇ ਆਪਣੇ ਕੇਸ ਕਟਾ ਕੇ ਵੀ ਜਿਹੜੀ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੱਤੀ। ਇਸ ਰੂਪ ਦੇ ਵਿੱਚ ਉਹ ਗੱਲ ਸਾਹਮਣੇ ਆਈ। ਦੇਖੋ, ਕਿਸੇ ਵੀ ਮਾਮਲੇ ਦੇ ਵਿੱਚ ਜਦੋਂ ਇਹੋ ਜਿਹੀ ਕੋਈ ਵੀ ਗੱਲ ਵਾਪਰਦੀ ਆ, ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਇਹਦੇ ਦੋਨੋਂ ਪੱਖਾਂ ਤੇ ਗੱਲ ਚੱਲ ਰਹੀ ਹੈ। ਜਿਹੜੇ ਲੋਕਾਂ ਨੂੰ ਇਸ ਗੱਲ ਦੇ ਨਾਲ ਮਤਲਬ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਆ, ਕਿਉਂਕਿ ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੇ ਕੇਸ ਆ ਉਹਨਾਂ ਨੂੰ ਅਸੀਂ ਗੁਰੂ ਦੀ ਮੋਹਰ ਕਹਿੰਦੇ ਆ। ਤੁਸੀਂ ਇਤਿਹਾਸ ਨੂੰ ਪੜ੍ਹੋ, ਜੇ ਸਿੱਖੀ ਦੀ ਗੱਲ ਕਰੀਏ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣ ਦੀਆਂ ਗੱਲਾਂ ਅਰਦਾਸ ਦੇ ਵਿੱਚ ਆਉਂਦੀਆਂ ਨੇ। ਜੇ ਤੁਸੀਂ ਸਿੱਖੀ ਨੂੰ ਜਿਉਣ ਦੀ ਗੱਲ ਕਰਦੇ ਹੋ ਤੇ ਦੇਖੋ ਸਿੱਖੀ ਇੱਕ ਪਹਿਰਾਵਾ, ਜਿਵੇਂ ਇਹ ਕੇਸ ਨੇ, ਇਹ ਬਿਨਾਂ ਸ਼ੱਕ ਸਾਡੀ ਪਛਾਣ ਦਾ ਇੱਕ ਚਿੰਨ੍ਹ ਨੇ, ਪਰ ਇਹਦੇ ਨਾਲ ਇਹ ਸਾਨੂੰ ਸਿੱਖੀ ਅਸੀਂ ਜਿਉਣੀ ਕਿਵੇਂ ਆ ਉਹਦੇ ਨਾਲ ਵੀ ਸੰਬੰਧ ਰੱਖਦੇ ਨੇ। ਜੇ ਤੇ ਕੋਈ ਸਿੱਖੀ ਨੂੰ ਅੰਦਰੋਂ ਜੁੜਿਆ ਹੋਇਆ, ਸਿੱਖੀ ਨੂੰ ਅੰਦਰੋਂ ਸਮਝਦਾ, ਤੇ ਉਹਦੇ ਲਈ ਇਹਦੇ ਅਰਥ ਬੜੇ ਵੱਖਰੇ ਢੰਗ ਦੇ ਹੋਣਗੇ।
ਤੇ ਜੇ ਕੋਈ ਇਹਨੂੰ ਜਿਵੇਂ ਹੁਣ ਜੀ ਉਹਨਾਂ ਡਾਕਟਰ ਨੇ ਕਰਨ ਤੋਂ ਬਾਅਦ ਇੱਕ ਵਰਗ ਆ ਉਹ ਕਹਿੰਦਾ ਕਿ ਉਹਨਾਂ ਨੇ ਸੇਵਾ ਭਾਵਨਾ ਨੂੰ ਚੁਣਿਆ। ਦੇਖੋ, ਜੀ ਜੇ ਤੁਸੀਂ ਜਿਹੜੀ ਇਹਦੇ ਤੇ ਇੱਕ ਖਦਸ਼ਾ ਪ੍ਰਗਟਾਇਆ ਕਿ ਇੱਕ ਜਿਹੜੀ ਇੱਕ ਲੀਕ ਨਾ ਇਹ ਮਤਲਬ ਬਣ ਜਾਏ ਕਿ ਉਸ ਤੋਂ ਬਾਅਦ ਹਾਂਜੀ ਹਾਂਜੀ ਵੱਖ-ਵੱਖ ਥਾਵਾਂ ਤੇ ਇਹਦੇ ਬਾਰੇ ਉਦਾਹਰਨਾਂ ਜਿਹੜੀਆਂ ਬਣ ਜਾਣਗੀਆਂ। ਦੇਖੋ, ਮੈਨੂੰ ਯਾਦ ਹੈ ਜੀ ਮੈਂ ਤੁਹਾਡੇ ਕੋਲੇ ਆਇਆ ਸੀਗਾ ਯੂਰਪ ਦੇ ਵਿੱਚ ਪਹਿਲੀ ਵਾਰ, ਸ਼ਾਇਦ 2008 ਦੀ ਗੱਲ ਹੋਊਗੀ ਜਾਂ ਇਸ ਤੋਂ ਪਹਿਲਾਂ ਦੀ ਗੱਲ ਹੋਊ, ਮੈਨੂੰ ਯਾਦ ਨਹੀਂ, ਪ੍ਰੋਪਰ ਨਹੀਂ ਜੀ ਯਾਦ। ਜੀ ਜੀ ਮੈਨੂੰ ਉਦੋਂ ਜੀ ਉਹਨਾਂ ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ ਸ਼ਾਇਦ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਵੀ ਦਸਤਾਰ ਬਾਰੇ ਉਹਨਾਂ ਨੇ ਉੱਥੇ ਜਿਹੜੀ ਆ ਤੁਹਾਡੇ 에ਅਰਪੋਰਟ ਤੇ ਕਿਹਾ ਸੀ। 에ਅਰਪੋਰਟ ਤੇ ਚਲੋ ਮੁਸ਼ਕਲ ਵੱਖਰੀ ਗੱਲ ਹੈ ਕਿ ਉਹ ਮਸਲਾ ਜੀ ਜੀ ਅਸੀਂ ਹੱਲ ਕਰ ਲਿਆ। ਮੈਂ ਉਹਨਾਂ ਨੂੰ ਕਹਿ ਕੇ ਮੈਂ ਅੜ ਗਿਆ ਉੱਥੇ, ਇੱਕ ਜੀ ਇੰਡੀਅਨ ਸੀਗਾ, ਉਹਨੇ ਥੋੜਾ ਜਿਹਾ ਮੇਰੀ, ਤੁਸੀਂ ਉਹਨਾਂ ਨੂੰ ਕਹਿਤਾ, ਮੈਂ ਤੁਹਾਨੂੰ ਫੋਨ ਉੱਤੇ ਵੀ ਗੱਲ ਕੀਤੀ ਸੀ, ਤੁਸੀਂ ਉਹਨਾਂ ਨੂੰ ਜੀ ਕਿਹਾ ਵੀ ਜੀ ਇਹ ਨਾਲ ਜਿਹੜੇ ਗਏ ਸੀ ਵੀ, ਹੈ ਨਾ, ਉਹਨਾਂ ਨੇ ਉਹ ਸਾਰੀ ਗੱਲਬਾਤ ਜੀ ਉਹਨਾਂ ਨਾਲ ਪਾਲਿਸ਼ ਦੇ ਵਿੱਚ ਕਰਕੇ ਉਹ ਮਸਲਾ ਹੱਲ ਕਰ ਲਿਆ ਕਿ ਮੈਂ ਚਲੋ ਉਹਦੇ ਚੋਂ ਬਚ ਕੇ ਨਿਕਲ ਗਿਆ। ਪਰ ਜਦੋਂ ਹਾਂਜੀ ਸਾਨੂੰ ਜੇ ਸਾਡੀ ਦਸਤਾਰ ਦੇ ਉੱਤੇ ਇਹੋ ਜਿਹਾ ਸਵਾਲ ਆਉਂਦਾ ਤੇ ਸਾਨੂੰ ਉਦੋਂ ਦਰਦ ਹੁੰਦਾ ਕਿ ਇਹ ਜਿਹੜਾ ਜੀ ਸਾਡੀ ਪਛਾਣ ਹੈ ਤੇ ਇਹਨੂੰ ਕਿਉਂ ਤੁਸੀਂ ਏਦਾਂ ਕਹਿ ਰਹੇ ਹੋ। ਜੇ ਕਹੀਏ ਤੇ ਫਿਰ ਉੱਥੇ ਸਮਝੌਤਾ ਸਾਨੂੰ ਉੱਥੇ ਵੀ ਕਰ ਲੈਣਾ ਚਾਹੀਦਾ ਕਿ ਦਸਤਾਰ ਉਤਾਰ ਦਿੰਦੇ ਆ ਤੇ ਤੁਹਾਨੂੰ ਚੈੱਕਅਪ ਕਰਾ ਜੀ ਦਿੰਦੇ ਆ। ਫਿਰ ਜੇ ਉੱਥੇ ਜੀ ਸਾਨੂੰ ਦਰਦ ਹੁੰਦਾ, ਜੇ ਉੱਥੇ ਜੀ ਸਾਡੇ ਤੇ ਇਹ ਸਵਾਲ ਬਣਦਾ ਕਿ ਯਾਰ ਤੁਸੀਂ ਸਾਡੀ ਏਦਾਂ ਕਿਉਂ ਮਤਲਬ ਇਹ ਕਰ ਰਹੇ ਹੋ, ਉਹ ਕਹਿਣਗੇ ਸਿਕਿਉਰਿਟੀ ਦਾ ਪੱਖ ਹੈ, ਜਿਹੜਾ ਕਹਿੰਦੇ ਵੀ ਨੇ। ਤੇ ਉਸ ਤੋਂ ਬਾਅਦ ਜੀ ਅਸੀਂ ਆਪਣਾ ਤਰਕ ਦਿੰਦੇ ਆ ਕਿ ਯਾਰ ਤੁਸੀਂ ਦੇਖੋ ਇਹਦੇ ਲਈ ਕੋਈ ਤਰੀਕਾ ਇਹੋ ਜਿਹਾ ਲੱਭੋ ਕਿ ਜਿਹਦੇ ਨਾਲ ਇਹਦੀ ਸਕਰੀਨਿੰਗ ਸਕੈਨਿੰਗ ਵੀ ਹੋ ਜੇ ਤੇ ਸਾਡੀ ਜੀ ਜਿਹੜੀ ਸਾਡੀ ਪਛਾਣ ਆ ਜਾਂ ਸਾਡੀਆਂ ਧਾਰਮਿਕ ਭਾਵਨਾਵਾਂ ਵਾ ਉਹਨਾਂ ਨੂੰ ਵੀ ਸੱਟ ਨਾ ਜੀ ਵੱਜੇ। ਜੀ ਜੀ ਜਿਵੇਂ ਜੀ ਸੁਖਦੇਵ ਸਿੰਘ ਵਾਲੀ ਗੱਲ ਸੀਗੀ ਕਿ ਇੱਥੇ ਵੀ ਇਹੋ ਜਿਹੀ ਗੱਲ ਸੀ ਕਿ ਤੁਸੀਂ ਕੋਈ ਇਹੋ ਜਿਹਾ ਰਾਹ ਲੱਭੋ ਜਿਹਦੇ ਨਾਲ ਜੀ ਸਿੱਖ ਭਾਵਨਾਵਾਂ ਨੂੰ ਇਹੋ ਜਿਹੀ ਸੱਟ ਨਾ ਵੱਜੇ ਤੇ ਇਹੋ ਜਿਹਾ ਕੋਈ ਕੰਮ ਜਿਹੜਾ ਇਹ ਘਟਨਾ ਵਾਪਰੀ, ਇਹੋ ਜਿਹੀ ਘਟਨਾ ਜਿਹੜੀ ਆ ਉਹ ਜੀ ਨੌਬਤ 'ਚ ਨਾ ਆਏ ਕਿ ਇਹੋ ਜਿਹੀ ਜੀ ਘਟਨਾ ਜੀ ਵਾਪਰੇ ਨਾ। ਬਿਲਕੁਲ ਇਹ ਬਿਲਕੁਲ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਸਮਝਣੀਆਂ ਪੈਣਗੀਆਂ। ਇਹਦੇ ਵਿੱਚ ਦੋ ਤਿੰਨ ਗੱਲਾਂ ਹੋਰ ਨੇ ਜਿਹੜੀਆਂ ਅਸੀਂ ਅੱਗੇ ਜਾ ਕੇ ਵਿਚਾਰਾਂਗੇ ਵੀ, ਜਾਂ ਜੇ ਤੁਸੀਂ ਯੋਗ ਸਮਝੋਗੇ ਤੇ ਆਪਾਂ ਰੱਖਾਂਗੇ ਅੱਗੇ। ਪਰ ਜੀ ਇਹਦੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦਾ ਕੋਈ ਬਦਲ ਲੱਭਿਆ ਜਾਣਾ ਜ਼ਰੂਰੀ ਸੀਗਾ। ਜੇਕਰ ਜ਼ਰੂਰੀ ਸੀ ਇਹੋ ਜਿਹੀ ਗੱਲ ਆ ਤੇ ਕੱਲ ਨੂੰ ਜਦੋਂ ਕੀ ਉਹਨੂੰ ਕਹਿੰਦੇ ਨੇ ਜਿਹੜੇ ਵੱਖ-ਵੱਖ ਹੋਰ ਸੇਵਾਵਾਂ ਦੇ ਵਿੱਚ ਲੱਗੇ ਲੋਕ ਨੇ, ਜੀ ਜੇ ਜੀ ਉਹਨਾਂ ਨੂੰ, ਹੁਣ ਤੁਸੀਂ ਦੇਖੋ ਇੱਕ ਪਾਸੇ ਤੇ ਅਸੀਂ ਦਸਤਾਰ ਦੀ ਲੜਾਈ ਜਿੱਤਦੇ ਆ ਕਈ ਥਾਵਾਂ ਤੇ ਕਿ ਜੀ ਲੰਮੇ ਕੇਸਾਂ ਤੋਂ ਬਾਅਦ ਲੰਮੇ ਮਾਮਲੇ ਚੱਲਦੇ ਨੇ। ਉਸ ਤੋਂ ਜੀ ਬਾਅਦ ਜੀ ਅਸੀਂ ਆਰਮੀ 'ਚ, ਫੌਜ 'ਚ, ਉੱਥੋਂ ਦੇ ਵੱਖ-ਵੱਖ ਥਾਵਾਂ ਤੇ ਹੈਲਮਟ ਤੋਂ ਛੋਟ ਦੀ ਗੱਲ ਕਰਦੇ ਆ। ਇਹ ਜੀ ਸਾਰੀਆਂ ਜੀ ਚੀਜ਼ਾਂ ਸਾਡੀ ਸਿੱਖ ਪਛਾਣ ਦਾ ਤੇ ਹਿੱਸਾ ਨੇ। ਇਹਨਾਂ ਬਿਲਕੁਲ ਸਾਰੀਆਂ ਚੀਜ਼ਾਂ ਦੇ ਨਾਲ ਸਾਡੀ ਸਿੱਖ ਪਛਾਣ ਜੁੜੀ ਹੋਈ ਹੈ ਤੇ ਜੇ ਜੀ ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਮਤਲਬ ਅਸੀਂ ਸਮਝੌਤਾ ਨਹੀਂ ਕਰ ਸਕਦੇ ਕਿ ਸਾਨੂੰ ਜੀ ਵਾਰਾ ਨਹੀਂ ਖਾਂਦਾ, ਅਸੀਂ ਜੀ ਸਮਝੌਤਾ ਨਹੀਂ ਕਰਾਂਗੇ ਤੇ ਫਿਰ ਜੀ ਹਰ ਥਾਂ ਤੇ ਸਾਨੂੰ ਸਿੱਖ ਪਛਾਣ ਦੇ ਮਾਮਲੇ ਤੇ ਸਮਝੌਤਾ ਸਾਨੂੰ ਨਹੀਂ ਕਰਨਾ ਚਾਹੀਦਾ। ਇਹ ਹਰ ਥਾਂ ਤੇ ਜ਼ਰੂਰੀ ਹੈ। ਬਾਕੀ ਰਹੀ ਸੇਵਾ ਭਾਵਨਾ ਦੀ ਗੱਲ ਕਿ ਕਿਹੜੇ-ਕਿਹੜੇ ਖੇਤਰ ਸੇਵਾ ਭਾਵਨਾ ਨਾਲ ਜੁੜਦੇ ਨੇ, ਸੇਵਾ ਭਾਵਨਾ ਨਾਲ ਤਾਂ ਬਹੁਤ ਸਾਰੇ ਖੇਤਰ ਜੁੜਨਗੇ। ਜਦੋਂ ਤੁਸੀਂ ਇਹਦਾ ਵਿਸਤਾਰ ਜਾਣੋਗੇ ਉੱਥੇ ਸਾਰੇ ਹਾਂਜੀ ਥਾਵਾਂ ਤੇ ਫਿਰ ਇਹ ਸਾਨੂੰ ਚੀਜ਼ ਵਿਚਾਰਨੀ ਪੈ ਸਕਦੀ। ਹਾਂ, ਮੈਂ ਇੱਕ ਇੱਥੇ ਮੈਨੂੰ ਯਾਦ ਆ ਗਈ ਇੱਕ ਘਟਨਾ ਹੈ ਜੋ ਮੈਂ ਜਦਵਿੰਦਰ ਤੁਹਾਨੂੰ ਇੱਕ ਗੱਲ ਕਹੂੰਗਾ, ਜੇ ਹਾਂਜੀ ਤੁਸੀਂ ਯੋਗ ਸਮਝੋ ਤੇ ਜਿੰਨੇ ਵੀ ਸਾਡੇ ਨਾਲ ਲੋਕ ਜੁੜੇ ਨੇ ਜਿਹੜੇ ਸਾਨੂੰ ਦੇਖ ਰਹੇ ਨੇ, ਜੀ ਮੇਰੇ ਜੀ ਖਿਆਲ ਨਾਲ ਤੁਸੀਂ ਲਿੰਕ ਜੇ ਸ਼ੇਅਰ ਕਰ ਦਿਓ। ਜੇ ਮੇਰੀ ਹਾਂਜੀ ਰਾਏ ਇੱਥੇ ਮੈਂ ਹੈ ਆਲਰੇਡੀ ਕਰ ਚੁੱਕਾ, ਤੁਹਾਨੂੰ, ਮੈਂ ਤੁਹਾਡੀ ਗੱਲ ਮੇਰੀ ਰਾਏ ਹੈ ਜੇ ਤੁਸੀਂ ਲਿੰਕ ਸ਼ੇਅਰ ਜੀ ਕਰ ਦਿਓ ਜਿਹੜਾ ਸਾਡੇ ਨਾਲ ਜੁੜਨਾ ਚਾਹੇ, ਅਸੀਂ ਬਾਹਰ ਹੋ ਜਾਾਂਗੇ। ਜੇ ਕਿਸੇ ਦੇ ਚੰਗੇ ਵਿਚਾਰ ਨੇ, ਕੋਈ ਦੱਸਣਾ ਚਾਹੁੰਦਾ ਇੱਥੇ ਕੋਈ ਵਿਚਾਰ, ਤੇ ਉਹਨਾਂ ਨੂੰ ਦੱਸ ਲੈਣ ਦੇਣੇ ਚਾਹੀਦੇ ਨੇ। ਇਹ ਇੱਕ ਹਾਂਜੀ ਚੰਗੀ ਮੈਂ ਬਹਿਸ ਹੈ। ਹਰ ਇੱਕ ਦੇ ਜੀ ਆਪਣੇ ਢੰਗ ਨਾਲ ਇਹਦੇ ਵਿਚਾਰ ਹੋ ਸਕਦੇ ਨੇ। ਲਿੰਕ ਸ਼ੇਅਰ ਕਰਨ ਦੀ ਮੈਂ ਤੁਹਾਨੂੰ ਰਾਏ ਦਿੰਦਾ। ਜੇ ਤੁਸੀਂ ਯੋਗ ਸਮਝੋ ਤੇ ਸ਼ੇਅਰ ਕਰ ਸਕਦੇ ਹੋ ਆਪਣੇ ਹਾਂਜੀ ਫੇਸਬੁੱਕ ਮੈਂ ਤੇ। ਆਲਰੇਡੀ ਕਰ ਚੁੱਕਾ, ਪਰ ਮੈਂ ਜਸਟ ਤੁਹਾਡੀ ਗੱਲਬਾਤ ਖਤਮ ਹੋਣ ਦਾ ਇੰਤਜ਼ਾਰ ਕਰਦਾ ਪਿਆ ਸੀ ਕਿ ਮੈਂ ਬਾਅਦ ਵਿੱਚ ਅਨਾਉਂਸ ਕਰੂੰਗਾ ਕਿ ਅਸੀਂ ਆਲਰੇਡੀ ਲਿੰਕ ਦੇ ਚੁੱਕੇ ਹਾਂ ਆਪਣੇ ਫੇਸਬੁੱਕ ਲਾਈਵ ਥੱਲੇ। ਔਰ ਜਿਸ ਵੀ ਕਿਸੇ ਸੱਜਣ ਦਾ, ਵੀਰ ਭੈਣ ਦਾ ਮਨ ਹੋਵੇ ਸਾਡੇ ਨਾਲ ਇੱਥੇ ਪ੍ਰੋਗਰਾਮ 'ਚ ਜੁੜਨ ਦਾ, ਤੇ ਉਹ ਉੱਥੇ ਕਲਿੱਕ ਕਰਕੇ ਆ ਸਕਦੇ ਨੇ। ਸੋ ਮੈਨੂੰ ਚੇਤਾ ਆ ਗਿਆ, ਕਲਿੱਕ ਕਰਕੇ ਜੁੜ ਸਕਦੇ ਨੇ। ਬਿਲਕੁਲ ਜੀ ਜੀ ਯਾਦ ਆ ਗਈ ਇੱਕ ਛੋਟੀ ਜਿਹੀ ਘਟਨਾ। ਇਹ ਇੰਗਲੈਂਡ ਨਾਲ ਹੀ ਰਾਬਤਾ ਰੱਖਦੀ ਹੈ ਗੱਲ। ਮੈਂ ਬਹੁਤ ਥੋੜਾ ਸਮਾਂ ਲਵਾਂਗਾ ਕਿ ਇੰਗਲੈਂਡ ਦੇ ਵਿੱਚ ਇਹ ਮਸਲਾ ਬਣਿਆ ਕਿ ਜਦੋਂ ਆਪਣੀ ਕਮਿਊਨਿਟੀ ਵਧੀ ਹੈ ਉੱਥੇ ਵਰਲਡ ਵਾਰ ਸੈਕੰਡ ਤੋਂ ਬਾਅਦ ਵਿੱਚ, ਅਰਾਊਂਡ ਮੇਰੇ ਖਿਆਲ ਸ਼ਾਇਦ ਕਈ ਦਹਾਕੇ ਪੁਰਾਣੀ ਗੱਲ ਹੋਗੀ, ਉਹਦੇ ਵਿੱਚ ਮਾਮਲਾ ਗਿਆ ਕਿ ਹੈਲਮਟ ਪਾਉਣਾ ਜ਼ਰੂਰੀ ਹੈ ਮੋਟਰਸਾਈਕਲ ਚਲਾਉਣ ਵਾਸਤੇ। ਔਰ ਦਸਤਾਰ ਦੇ ਨਾਲ, ਕਿਉਂਕਿ ਉਹਨਾਂ ਵਾਸਤੇ ਉਹਨਾਂ ਦੀ ਚੀਜ਼ ਸੀ, ਤੇ ਉਹਨੇ ਕਿਹਾ ਕਿ ਅਸੀਂ ਨਹੀਂ ਮੰਨਦੇ ਕਿ ਦਸਤਾਰ ਦੇ ਨਾਲ ਹੈਲਮਟ ਜਿਹੜਾ ਉਹ ਪਾਉਣਾ ਜ਼ਰੂਰੀ ਹੈ। ਹੈਲਮਟ ਮਤਲਬ ਕਿ ਬਦਲ ਹੋ ਸਕਦਾ ਹੈ ਨਾ, ਦਸਤਾਰ ਦਾ ਜਾਂ ਦਸਤਾਰ ਬਦਲ ਹੋ ਸਕਦੀ ਹੈਲਮਟ ਦਾ। ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਮੰਨਦੇ, ਜਿਹਨੇ ਮੋਟਰਸਾਈਕਲ 2 ਵੀਲਰ ਚਲਾਉਣਾ ਉਹ ਹੈਲਮਟ ਪਾ ਕੇ ਹੀ ਆਵੇ, ਦਸਤਾਰ ਨਾਲ ਕੰਮ ਨਹੀਂ ਚੱਲੇਗਾ। ਉਦੋਂ ਦੀ ਇੱਕ ਬੜੀ ਪਿਆਰੀ ਘਟਨਾ ਹੈ ਯੂਕੇ ਦੀ। ਕੀ ਹੋਇਆ ਕਿ ਜਦੋਂ ਕੋਰਟ ਦੇ ਵਿੱਚ ਗਿਆ ਕੇਸ, ਤਾਂ ਲਗਭਗ ਆਪਣੀ ਕਮਿਊਨਿਟੀ ਉਸ ਕੇਸ ਨੂੰ ਹਾਰਨ ਦੇ ਲੈਵਲ ਤੇ ਖੜੀ ਸੀ, ਕਿਉਂਕਿ ਕਾਨੂੰਨੀ ਤੌਰ ਤੇ ਉੱਥੇ ਪ੍ਰੂਵ ਕਰਨਾ ਬੜਾ ਮੁਸ਼ਕਿਲ ਸੀ ਕਿ ਦਸਤਾਰ ਜਿਹੜੀ ਹੈ ਉਹ ਸਾਡੇ ਵਾਸਤੇ ਜ਼ਰੂਰੀ ਹੈ ਇੱਕ ਪਛਾਣ ਵਜੋਂ। ਤਾਂ ਕੀ ਹੋਇਆ ਕਿ
ਉਸ ਟਾਈਮ ਵਰਲਡ ਵਾਰ ਸੈਕੰਡ ਦਾ ਜਿਹੜਾ ਮੇਨ ਹੀਰੋ ਹੈ ਯੂਕੇ ਦਾ, ਚਰਚਿਲ ਜੀ ਉਹਨਾਂ ਦੇ ਪ੍ਰਧਾਨ ਮੰਤਰੀ ਸਨ, ਉਹ ਕਾਫੀ ਬਜ਼ੁਰਗ ਸਨ ਉਸ ਟਾਈਮ, ਜਿਹੜੇ ਬਹੁਤ ਪੁਰਾਣੇ ਫੌਜੀ ਸਨ ਜਿਨ੍ਹਾਂ ਨੇ ਵਰਲਡ ਵਾਰ ਸੈਕੰਡ 'ਚ ਸੇਵਾ ਜਿਹੜੀ ਇੰਗਲੈਂਡ ਵੱਲੋਂ ਲੜਾਈ ਲੜੀ। ਉਹਨਾਂ ਨੇ ਰਿਕੁਐਸਟ ਕੀਤੀ ਚਰਚਿਲ ਨੂੰ ਕਿ ਪਲੀਜ਼ ਤੁਸੀਂ ਇਸ ਮਾਮਲੇ 'ਚ ਸਾਡੀ ਥੋੜ੍ਹੀ ਜਿਹੀ ਹੈਲਪ ਕਰੋ, ਇੱਕ ਗਵਾਹੀ ਦਿਓ ਆਪਣੇ ਵੱਲੋਂ ਕਿ ਸਾਡੇ ਕੇਸ ਦੀ ਸਪੋਰਟ ਹੋਵੇ। ਉਹ ਕਹਿੰਦੇ ਨੇ ਕਿ ਚਰਚਿਲ ਜਾਂ ਜਿਹੜਾ ਵੀ ਉਹਦਾ ਕੋਈ ਨੁਮਾਇੰਦਾ ਉੱਥੇ ਗਿਆ ਸੀ ਕੋਰਟ ਦੇ ਵਿੱਚ, ਉਹਨੇ ਇੱਕ ਬਿਆਨ ਦਿੱਤਾ। ਉਹਨੇ ਕਿਹਾ ਕਿ ਜਦੋਂ ਸਿੱਖ ਫੌਜੀ ਵਰਲਡ ਵਾਰ ਸੈਕੰਡ ਲੜ ਰਹੇ ਸੀਗੇ ਫਰੰਟ ਦੇ ਉੱਤੇ ਜਾ ਕੇ ਜਰਮਨੀ ਦੇ ਵਿੱਚ, ਤਾਂ ਕੀ ਸੀਗਾ ਕਿ ਉਦੋਂ ਹੈਲਮਟ ਪਾਉਣੇ ਵੀ ਇਹਨਾਂ ਨੂੰ ਇਦਾਂ ਹੀ ਵੈਲਿਡ ਸਨ। ਕਿਹਾ ਜਾਂਦਾ ਸੀ ਕਿ ਤੁਸੀਂ ਫਰੰਟ ਲਾਈਨ ਤੇ ਹੈਲਮਟ ਤੋਂ ਬਿਨਾਂ ਨਹੀਂ ਲੜ ਸਕਦੇ, ਪਰ ਉਦੋਂ ਇਹਨਾਂ ਨੇ ਕਿਹਾ ਕਿ ਅਸੀਂ ਦਸਤਾਰਾਂ ਵਧੀਆਂ, ਸਾਨੂੰ ਲੜਨ ਦਿਓ। ਉਹਨੇ ਕਿਹਾ ਕੋਰਟ ਦੇ ਵਿੱਚ ਕਿ ਉਦੋਂ ਜੇ ਦਸਤਾਰਾਂ ਦੇ ਨਾਲ ਇਹ ਫਰੰਟ ਲਾਈਨ ਤੇ ਜਾ ਕੇ ਲੜ ਸਕਦੇ ਸੀ ਗੋਲੀਆਂ ਦੇ ਵਿੱਚ, ਤੁਸੀਂ ਇਹਨੂੰ ਮਨਜ਼ੂਰੀ ਦਿੱਤੀ, ਤੇ ਹੁਣ ਮੋਟਰਸਾਈਕਲ ਚਲਾਉਣਾ ਤਾਂ ਇੱਕ ਬੜਾ ਛੋਟਾ ਜਿਹਾ ਕੰਮ ਹੈ, ਉਹ ਤਾਂ ਗੋਲੀਆਂ ਚੱਲਣ ਵਰਗੀ ਬੁਰੀ ਸਥਿਤੀ ਨਹੀਂ ਹੈਗੀ, ਤੇ ਹੁਣ ਇਹਨਾਂ ਨੂੰ ਇਜਾਜ਼ਤ ਦਿਓ ਕਿ ਜਦੋਂ ਉਹਨਾਂ ਨੂੰ ਯੂਜ਼ ਕਰਨਾ ਸੀ ਉਦੋਂ ਤੁਸੀਂ ਕੀਤਾ, ਤੇ ਹੁਣ ਜਦੋਂ ਇਹਨਾਂ ਦੇ ਹੱਕ ਬਣਦੇ ਨੇ ਤੇ ਦਿਓ। ਉਸ ਦਿਨ ਤੋਂ ਬਾਅਦ ਵਿੱਚ ਇੰਗਲੈਂਡ ਦੇ ਵਿੱਚ ਅਸੀਂ ਮੋਟਰਸਾਈਕਲ ਚਲਾ ਸਕਦੇ ਹਾਂ ਬਿਨਾਂ ਹੈਲਮਟ ਨੂੰ, ਦਸਤਾਰ ਦੇ ਨਾਲ। ਇਹ ਤੇ ਡਿਪੈਂਡ ਕਰਦਾ ਅਸੀਂ ਆਪਣੀ ਚੀਜ਼ ਨੂੰ, ਆਪਣੇ ਕੇਸ ਨੂੰ, ਆਪਣੀ ਸੋਚ ਨੂੰ ਕਿੰਨੇ ਕੁ ਸਟਰੋਂਗ ਨਜ਼ਰੀਏ ਨਾਲ ਅੱਗੇ ਲੈ ਕੇ ਜਾਂਦੇ ਹਾਂ। ਸੋ ਸੁਖਦੇਵ ਸਿੰਘ ਜੀ ਪਲੀਜ਼ ਇੱਥੇ ਮੈਂ ਤੁਹਾਡੇ ਕੋਲ ਆਵਾਂਗਾ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਿੱਖੀ ਕਿਸ ਤਰ੍ਹਾਂ ਸਵਾਸਾਂ ਨਾਲ ਨਿਭੇ, ਅਰਦਾਸ ਦੇ ਵਿੱਚ ਅਸੀਂ ਗੁਰੂ ਮਹਾਰਾਜ ਕੋਲੋਂ ਅਸੀਂ ਮੰਗ ਰੱਖਦੇ ਹਾਂ, ਬੇਨਤੀ ਕਰਦੇ ਹਾਂ, ਤਾਂ ਕੀ ਫਿਰ ਉਹ ਜਿਹੜੇ ਸ਼ਹੀਦ ਸਨ, ਮੁਰੀਦ ਸਨ, ਜਿਨ੍ਹਾਂ ਨੇ ਕਿਹਾ ਕਿ ਅਸੀਂ ਕੇਸ ਨਹੀਂ ਕਟਾਉਣੇ ਤੇ ਸਮਝੌਤਾਵਾਦੀ ਨਹੀਂ ਬਣਨਾ, ਜਿਨ੍ਹਾਂ ਨੇ ਹਿਸਟਰੀ ਦੇ ਵਿੱਚ ਸਾਡੇ ਲਈ ਮਾਈਲਸਟੋਨ ਪੈਦਾ ਕੀਤੇ, ਗੱਡੇ, ਜਿਨ੍ਹਾਂ ਨੂੰ ਲੈ ਕੇ ਅੱਜ ਅਸੀਂ ਚੱਲਦੇ ਹਾਂ, ਕੀ ਫਿਰ ਉਹਨਾਂ ਨੂੰ ਕਿਵੇਂ ਕੰਪੇਅਰ ਕਰਾਂਗੇ ਇਹੋ ਜਿਹੇ ਹਾਲਾਤਾਂ ਦੇ ਨਾਲ, ਜਦੋਂ ਵੇਖਿਆ ਕਿ ਨਹੀਂ ਅਸੀਂ ਸਮਝੌਤਾ ਵੀ ਕਰ ਸਕਦੇ ਹਾਂ? ਅੱਜ ਕਾਫੀ ਲੋਕ ਉੱਠ ਪਏ ਸਾਡੇ ਵਿੱਚ, ਕਹਿੰਦੇ ਕਿ ਸਮਝੌਤਾ ਜਿਹੜਾ ਠੀਕ ਹੈ, ਜਾਇਜ਼ ਹੈ। ਕੀ ਸੋਚਦੇ ਹੋ ਇਹਦੇ ਬਾਰੇ? ਇਹਦੇ ਬਾਰੇ ਯਾਦਵਿੰਦਰ ਸਿੰਘ ਜੀ ਗੱਲ ਇਸ ਤਰ੍ਹਾਂ ਹੈ ਕਿ ਇੱਕ ਚੀਜ਼ ਹੁੰਦੀ ਹੈ ਚੰਗਾ ਹੋਣਾ, ਤੇ ਦੂਸਰੀ ਚੀਜ਼ ਹੁੰਦੀ ਹੈ ਕਿ ਚੰਗਾ ਲੱਗਣਾ ਜੀ। ਸਿੱਖੀ ਸਿਧਾਂਤ ਜਿਹੜੇ ਨੇ ਉਹਨਾਂ ਦੇ ਵਿੱਚ ਕਿੰਨੀ ਚੰਗਿਆਈ ਆ, ਇਹਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ। ਇਹ ਕਿੰਨੇ ਉੱਚੇ ਨੇ, ਕਿੰਨੇ ਮਨੁੱਖਤਾਵਾਦੀ ਨੇ, ਇਹ ਸਭ ਜਾਣਦੇ ਨੇ। ਅੱਜ ਕੱਲ ਦੂਸਰੀ ਤਰ੍ਹਾਂ ਦੀ ਦੌੜ ਲੱਗੀ ਹੋਈ ਹੈ ਕਿ ਅਸੀਂ ਲੋਕਾਂ ਨੂੰ ਚੰਗੇ ਲੱਗ ਕਿਵੇਂ ਸਕਦੇ ਹਾਂ, ਤੇ ਉਸ ਦੌੜ ਦੇ ਵਿੱਚ ਗੁਰਬਾਣੀ ਵਿਆਖਿਆ ਦੀ ਗੱਲ ਕੀਤੀ ਜਾਵੇ, ਗੁਰਬਾਣੀ ਦੇ ਅਰਥਾਂ ਦੀ ਗੱਲ ਕੀਤੀ ਜਾਵੇ, ਸਿੱਖ ਪਰੰਪਰਾਵਾਂ ਦੀ ਗੱਲ ਕੀਤੀ ਜਾਵੇ। ਇਸ ਤਰ੍ਹਾਂ ਦਾ ਇੱਕ ਆਪਾਂ ਜਿਹੜਾ ਬੇਗਾਨਾ ਮੀਡੀਆ ਉਹਨੂੰ ਤੇ ਆਪਾਂ ਨਹੀਂ ਕਹਿ ਸਕਦੇ, ਜਿਹੜਾ ਆਪਣਾ ਸਿੱਖੀ ਦੇ ਵਿੰਗ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਨੇ ਲੋਕ, ਇੱਕ ਵਿੰਗ ਵੱਲੋਂ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਕਿ ਸ਼ਾਇਦ ਸਿੱਖ ਪਛਾਣ, ਕੇਸ, ਸਾਡੀਆਂ ਪਰੰਪਰਾਵਾਂ ਇੰਨੀਆਂ ਪਿਛਾਂਹ ਖਿੱਚੂ ਨੇ ਕਿ ਅਸੀਂ ਅੱਜ ਦੁਨੀਆ ਦੇ ਫਰੇਮ ਦੇ ਵਿੱਚ ਫਿੱਟ ਨਹੀਂ ਬੈਠ ਸਕਦੇ। ਆਪਣਾ ਜਿਹਨੂੰ ਕਹਿ ਸਕਦੇ ਕਿ ਆਪਣੇ ਆਪ ਨੂੰ ਹੀਣ ਭਾਵ ਦੇ ਵਿੱਚ ਵੇਖਣਾ। ਹਾਂਜੀ, ਮੈਨੂੰ ਨਹੀਂ ਪਤਾ। ਮੈਂ ਤੁਹਾਡੀ ਗੱਲ ਸਿਰਫ ਮੈਂ ਵਿੱਚ ਤੁਹਾਨੂੰ ਇੱਕ ਸ਼ਾਮਿਲ ਕਰਨਾ ਚਾਹੁੰਦਾ ਤੱਥ ਕਿ ਜਿਹੜੇ ਖੁਦ ਵੀ ਸਾਬਤ ਸੂਰਤ ਨੇ ਔਰ ਖੁਦ ਵੀ ਦਸਤਾਰਾਂ ਸਜਾਉਂਦੇ ਨੇ, ਉਹ ਵੀ ਇਸ ਚੀਜ਼ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਚਲੋ ਬਾਹਰੋਂ ਦੇ ਕੋਈ ਕਰੇ, 100 ਵਾਰੀ ਕਰੇ, ਤੇ ਇਹ ਮਤਲਬ ਕਹਾਣੀ ਕਿੱਧਰ ਨੂੰ ਜਾ ਰਹੀ ਹੈ? ਕਹਾਣੀ ਇਹ ਸਾਰਾ ਕੁਝ ਸੋਚਿਆ ਸਮਝਿਆ ਜੀ, ਸੋਚੇ ਸਮਝੇ ਤਰੀਕੇ ਨਾਲ ਹੋ ਰਹੀ ਆ। ਤੁਸੀਂ ਵੇਖੋ ਕਿ ਸਿੱਖ ਬੜੇ ਕੰਮ ਕਰਦੇ ਆਏ ਨੇ, ਤੇ ਮੀਡੀਆ ਦੇ ਵਿੱਚ ਬੜਾ ਉਹਨਾਂ ਨੂੰ ਛੋਟਾ ਜਿਹਾ ਇੱਕ ਜਿਹੜਾ ਹਿੱਸਾ ਬਣਾਇਆ ਜਾਂਦਾ ਹੈ ਮੀਡੀਆ ਦੀ ਰਿਪੋਰਟਿੰਗ ਦਾ। ਪਰ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਕਿ ਜਿੱਥੇ ਸਿੱਖਾਂ ਦੀ ਕਿਸੇ ਪਰੰਪਰਾ ਦੇ ਖਾਤਮੇ ਦੀ ਗੱਲ ਹੋਵੇ, ਤੇ ਉੱਥੇ ਉਹਨੂੰ ਇੱਕ ਇਸ਼ੂ ਬਣਾ ਕੇ ਇੱਕ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਤੇ ਮੀਡੀਆ ਦੱਸਦਾ ਹੈ, ਪੇਸ਼ ਕਰਦਾ ਹੈ ਜੀ। ਚਲੋ ਉਹ ਮੀਡੀਆ ਕਰਦਾ ਹੈ, ਪਰ ਮੈਂ ਗੱਲ ਕਰ ਰਿਹਾ ਸੀਗਾ ਕਿ ਸਾਡੇ ਆਪਣੇ ਅੰਦਰ ਐਸਾ ਵਿੰਗ ਇੱਕ ਪੈਦਾ ਹੋ ਗਿਆ ਸਿੱਖੀ ਦੇ ਵਿਹੜੇ ਦੇ ਵਿੱਚ, ਜਿਨ੍ਹਾਂ ਨੇ ਇਹ ਪ੍ਰਚਾਰ ਕੀਤਾ ਲੰਮੇ ਸਮੇਂ ਤੋਂ ਕਿ ਵਧੀਆ ਸਿੱਖ ਬਣਨ ਵਾਸਤੇ ਤੁਹਾਨੂੰ ਇੰਟਰਨੈਸ਼ਨਲ ਫਰੇਮ ਦੇ ਵਿੱਚ ਫਿੱਟ ਹੋਣ ਵਾਸਤੇ ਆਪਣੀਆਂ ਪਰੰਪਰਾਵਾਂ ਛੱਡਣੀਆਂ ਜ਼ਰੂਰੀ ਨੇ ਜੀ, ਜਦੋਂ ਕਿ ਐਸੀ ਕੋਈ ਗੱਲ ਨਹੀਂ ਹੈ। ਅੱਜ ਤੱਕ ਜਿੰਨੇ ਵੀ ਸਿੱਖ ਜਿਹੜੇ ਨੇ ਉਹ ਵਿਸ਼ਵ ਫਰੇਮ ਦੇ ਵਿੱਚ ਫਿੱਟ ਹੋਏ ਨੇ, ਚਾਹੇ ਉਹ ਪਾਇਲਟ ਬਣਨ ਦੀ ਗੱਲ ਹੋਵੇ, ਚਾਹੇ ਉਹ ਕਿਸੇ ਦੇਸ਼ ਦੀ ਫੌਜ ਦੇ ਵਿੱਚ ਵੱਡੇ ਰੁਤਬੇ ਤੇ ਪਹੁੰਚਣ ਦੀ ਗੱਲ ਹੋਵੇ, ਹਰ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੀਆਂ ਪਰੰਪਰਾਵਾਂ ਨੂੰ ਵੀ ਕਾਇਮ ਰੱਖਿਆ, ਆਪਣੇ ਸਰੂਪ ਨੂੰ ਵੀ ਕਾਇਮ ਰੱਖਿਆ, ਤੇ ਆਪਣੇ ਆਪ ਨੂੰ ਜਸਟੀਫਾਈ ਕੀਤਾ। ਇਹ ਬੜਾ ਖਤਰਨਾਕ ਰੁਝਾਨ ਹੈ ਜਿੱਥੇ ਤੁਸੀਂ ਗੱਲ ਕੀਤੀ ਹੈ। ਮੈਂ ਸੁਖਦੇਵ ਸਿੰਘ ਦੀ ਗੱਲ ਦੇ ਵਿੱਚ ਮੈਂ ਜ਼ਰੂਰ ਸ਼ਾਮਲ ਹੋਣਾ ਚਾਹੁੰਦਾ। ਦੇਖੋ, ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਜਦੋਂ ਇੱਕ ਇਹੋ ਜਿਹਾ ਮਾਹੌਲ ਪੈਦਾ ਕਰਨ ਦਾ ਯਤਨ ਕੀਤਾ ਜਾਂਦਾ ਨਾ ਕਿ ਜਿਹੜੀਆਂ ਸਾਡੀਆਂ ਰਵਾਇਤਾਂ ਨੇ ਜਾਂ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਜਿਹੜੀਆਂ ਸਾਡੀਆਂ ਮੁੱਲਵਾਨ ਕਦਰਾਂ ਕੀਮਤਾਂ ਨੇ,
ਜੀ ਤੇ ਜੀ ਉਹਨਾਂ ਦੇ ਉੱਤੇ ਜਦੋਂ ਕਿੰਤੂ ਪਰੰਤੂ ਕਰਨ ਵਾਲੇ ਲੋਕ ਜਿਹੜੇ ਨੇ ਉਹ ਮਤਲਬ ਆਪਣੀ ਕਿਸਮ ਦੀ ਇੱਕ ਜਿਹੜੀ ਲਾਈਨ ਹੈ ਉਹ ਖਿੱਚਣੀ ਸ਼ੁਰੂ ਕਰ ਦਿੰਦੇ ਆ ਨਾ, ਕਿ ਜੀ ਮਤਲਬ ਉਹਦੇ ਬਰਾਬਰ ਕਹਿ ਲਓ, ਉਦੋਂ ਇਹੋ ਜਿਹੀਆਂ ਜੀ ਗੱਲਾਂ ਕੁਦਰਤੀ ਜਿਹੜੀਆਂ ਵਾਪਰਦੀਆਂ ਨੇ। ਸਮੱਸਿਆ ਇਹ ਹੈ ਕਿ ਜੀ ਜਿਹੜੇ ਲੋਕ ਇਸ ਚਲਨ ਨੂੰ ਪ੍ਰਵਾਨਗੀ ਦਿੰਦੇ ਨੇ ਤੇ ਉਹਨੂੰ ਮਤਲਬ ਆਰਾਮ ਨਾਲ ਪ੍ਰਵਾਨ ਕਰਦੇ ਜਾਂਦੇ ਆ, ਐਕਸੈਪਟ ਕਰਦੇ ਜਾਂਦੇ ਆ, ਉਹਨਾਂ ਲੋਕਾਂ ਨੂੰ ਸੋਚਣਾ ਬਣਦਾ ਵਾ। ਇਹ ਜਿਹੜੀ ਸੁਖਦੇਵ ਸਿੰਘ ਨੇ ਗੱਲ ਕੀਤੀ, ਬੜਾ ਗੰਭੀਰ ਵਿਸ਼ਾ। ਦੇਖੋ, ਜੀ ਮੈਂ ਇੱਕ ਬੜੀ ਸਾਫ਼ ਗੱਲ ਕਹੂੰਗਾ, ਕਿਸੇ ਪ੍ਰੀਮਚੋਰ ਬੰਦੇ ਨੂੰ ਧਰਮ ਪ੍ਰਤੀ ਜਿਹਦੀ ਅਜੇ ਕੋਈ, ਚਲੋ ਵੇਖੋ, ਹਾਲਾਂਕਿ ਉਮਰ ਦਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਮੰਨੀ ਜਾਂਦੀ, ਪਰ ਉਹਦੇ ਵਾਸਤੇ ਵੀ ਇੱਕ ਵਰਗ ਹੈ, ਜਾਂ ਉਹਦੇ ਵਾਸਤੇ ਮਤਲਬ ਉਹ ਹਰ ਇੱਕ ਤੇ ਲਾਗੂ ਨਹੀਂ ਹੁੰਦੀ ਗੱਲ ਕਿ ਛੋਟੀ ਉਮਰ ਦੇ ਵਿੱਚ ਵੀ ਅਸੀਂ ਵੱਡੀ ਜਿਹੜੀ ਸਮਝ ਰੱਖ ਸਕਦੇ ਹਾਂ। ਪਰ ਜਦੋਂ ਕਿਸੇ ਛੋਟੀ ਉਮਰ ਦੇ, ਜਿਹੜਾ ਅਜੇ ਆਪਣੇ ਫੈਸਲੇ ਲੈਣ ਦੇ ਸਮਰੱਥ ਨਹੀਂ ਆ, ਜਿਸ ਬੱਚੇ ਨੂੰ ਪਤਾ ਨਹੀਂ ਆ ਕਿ ਸਾਡੇ ਧਰਮ ਦਾ ਇਹਦੇ ਨਾਲ ਨੁਕਸਾਨ ਹੁੰਦਾ ਜਾਂ ਇਹਦੇ ਨਾਲ ਫਾਇਦਾ ਹੁੰਦਾ, ਜਦੋਂ ਉਹਨੂੰ ਵਰਗਲਾ ਕੇ ਤੁਸੀਂ ਪਿੱਛੇ ਲਾ ਕੇ ਤੇ ਸੋਸ਼ਲ ਮੀਡੀਆ ਤੇ ਵਰਤਦੇ ਜੇ ਇਹੋ ਜਿਹੀਆਂ ਗੱਲਾਂ, ਤੇ ਉਦੋਂ ਇਹ ਸਾਰਾ ਜਿਹੜਾ ਨੁਕਸਾਨ, ਜਿਹੜੀ ਸੁਖਦੇਵ ਸਿੰਘ ਗੱਲ ਕਰ ਰਹੇ ਨੇ, ਉਦੋਂ ਇਹ ਸਾਰਾ ਨੁਕਸਾਨ ਸ਼ੁਰੂ ਹੁੰਦਾ। ਤੇ ਇਹ ਅੱਜ ਜਿਹੜਾ ਵਾ ਇਹ ਬੜੇ ਵੱਡੇ ਪੱਧਰ ਤੇ ਹੋ ਰਿਹਾ। ਅੱਜ ਇਹਦਾ ਮਤਲਬ ਜਿਹੜਾ ਹੁਣ ਦਾ ਜਿਹੜਾ ਸੋਸ਼ਲ ਮੀਡੀਆ ਵਾ, ਉਹ ਜਿਹੜਾ ਮੁੱਲਵਾਨ ਚੀਜ਼ਾਂ ਨੇ, ਜਿਹੜੀਆਂ ਵੈਲਿਊਬਲ ਜਿਹੜੀਆਂ ਚੀਜ਼ਾਂ ਨੇ, ਉਹਨਾਂ ਦੇ ਉੱਤੇ ਬਹੁਤ ਘੱਟ ਗੱਲ ਕਰਦਾ ਹੈ। ਤੇ ਇਹੋ ਜਿਹੇ ਲੋਕਾਂ ਨੂੰ ਇੱਕ ਆਪਣੇ ਗਰੁੱਪਾਂ ਦਾ ਹਿੱਸਾ ਬਣਾ ਕੇ ਤੇ ਵਰਤਣ ਵਾਲੇ ਪਾਸੇ ਨੂੰ ਜਿਹੜਾ ਵਾ ਉਹ ਜ਼ਿਆਦਾ ਮਤਲਬ ਜਿਹੜਾ ਅਸੀਂ ਰੁਚਿਤ ਹੋਏ ਆ ਜਾਂ ਕਾਰਜਸ਼ੀਲ ਆ। ਇਹ ਸਵਾਲ ਹੈ ਜਿਹੜਾ ਸੋਚਣਾ ਬਣਦਾ। ਹਾਂਜੀ, ਸਾਡੇ ਵੀ ਮੈਂ ਦੇਖਿਆ ਕਿ ਜਿਵੇਂ ਕੁਛ ਮੇਰੇ ਲਿੰਕ ਦੇ ਵਿੱਚ ਦੋਸਤ ਮਿੱਤਰ ਨੇ, ਕਈ ਮੇਰੇ ਛੋਟੀ ਉਮਰ ਦੇ ਭਰਾ ਨੇ, ਭੈਣਾਂ ਨੇ, ਉਹ ਸੋਚ ਕੱਚੀ ਜਾਂ ਪੱਕੀ, ਇਹ ਤਾਂ ਜਿਹੜਾ ਸੋਸ਼ਲ ਮੀਡੀਆ ਚੀਜ਼ ਹੀ ਇਦਾਂ ਦੀ ਹੈ ਕਿ ਜਿਵੇਂ ਦਾ ਉਹ ਸਾਡਾ ਵਰਤੋਂ ਵਿਹਾਰ ਹੈ ਗੱਲਬਾਤ ਕਰਨ ਦਾ, ਉਹ ਤੋਂ ਪਤਾ ਚੱਲ ਜਾਂਦਾ ਕਿ ਕੌਣ ਕਿਸ ਢੰਗ ਨਾਲ ਸੋਚ ਰਿਹਾ ਔਰ ਕੌਣ ਕਿੰਨੇ ਕੁ IQ ਲੈਵਲ ਕਿਸੇ ਦਾ ਕੀ ਹੈਗਾ, ਉਹ ਜ਼ਿਆਦਾ ਔਖਾ ਨਹੀਂ ਹੁੰਦਾ ਆਈਡੀਆ ਲਗਾਉਣਾ। ਬਿਲਕੁਲ। ਮੈਂ ਇੱਥੇ ਇੱਕ ਥੋੜੀ ਛੋਟੀ ਜਿਹੀ ਗੱਲ ਕਰਕੇ ਤੇ ਮੈਂ ਤੁਹਾਡੀ ਗੱਲਬਾਤ ਸੁਣਾਂਗਾ। ਤੁਸੀਂ ਬੜੀ ਅੱਛੀ ਗੱਲ ਕਰੇ। ਸੁਖਦੇਵ ਸਿੰਘ ਦੀ ਗੱਲ ਜਿਹੜੀ ਹੈ ਲੰਮੇ ਵਿਸਥਾਰ ਮੰਗਦੀ ਹੈ, ਸੁਣਨੀ। ਮੈਂ ਤਾਂ ਇਹਦੇ ਚ ਕਿ ਸੁਖਦੇਵ ਸਿੰਘ ਨਾਲ ਸਾਰੇ ਪਹਿਲੂਆਂ ਦੇ ਉੱਤੇ ਜ਼ਰੂਰ ਗੱਲ ਕਰਨ ਮੈਂ ਚਾਹੁੰਦਾ। ਮੈਂ ਇਹ ਤਾਂ ਗੱਲ ਕਰਦਾ। ਦੇਖੋ, ਮੈਂ ਇੱਕ ਗੱਲ ਸ਼ਾਮਲ ਕਰਕੇ ਤੇ ਤੁਹਾਡੇ ਤੋਂ ਥੋੜਾ ਬਾਹਰ ਜਾਵਾਂਗਾ, ਫਿਰ ਮੈਂ ਸੁਣਾਂਗਾ ਤੁਹਾਨੂੰ ਆਰਾਮ ਨਾਲ। ਦੇਖੋ, ਜਿਹੜਾ ਸੋਸ਼ਲ ਮੀਡੀਆ ਤੇ ਇਹ ਜਿਹੜਾ ਚੱਲਣ ਸ਼ੁਰੂ ਹੋਇਆ, ਖਾਸ ਕਰਕੇ ਸਿੱਖ ਮਸਲਿਆਂ ਦੇ ਉੱਤੇ, ਮੈਂ ਇਹਨੂੰ ਬੜੇ ਡੀਪਲੀ ਬੜੀ ਵਾਰ ਦੇਖਿਆ। ਤੁਸੀਂ ਦੇਖੋ, ਤੁਸੀਂ ਇੱਕ ਲੰਮਾ ਜਿਹੜਾ ਉਹ ਸਿਲਸਿਲਾ ਚੱਲ ਰਿਹਾ ਕਿਸੇ ਇੱਕ ਗੱਲ ਦੇ, ਇੱਕ ਵਿਚਾਰ ਦੇ ਉੱਤੇ ਲੰਮਾ ਸਿਲਸਿਲਾ ਚੱਲ ਰਿਹਾ, ਬੜੇ ਕਮੈਂਟ ਚੱਲ ਰਹੇ ਨੇ, ਇਸ਼ੂ ਬਣਾ ਦਿੱਤਾ ਜਾਂਦਾ। 10 ਬੰਦੇ ਤੁਸੀਂ ਪਰਖ ਕੇ ਦੇਖ ਲਓ, ਤੁਸੀਂ 10 ਬੰਦੇ ਉਹਦੇ ਵਿੱਚ ਸ਼ਾਮਲ ਕਰ ਦਿਓ ਜਾਦਵਿੰਦਰ, ਜਿਹੜੇ ਤੁਹਾਨੂੰ ਉਹਨੂੰ ਮੋੜ ਦੇਣਾ ਚਾਹੁੰਦੇ ਹੋਣ। ਤੁਸੀਂ ਉਹਨੂੰ ਮੋੜ ਦੇ ਲਓ। 10 ਬੰਦੇ ਪੂਰੀ ਨੀਅਤ ਨਾਲ ਕਹਿਣ ਕਿ ਮੈਂ ਇਹਨੂੰ ਨਵਾਂ ਮੋੜ ਦਿਆਂਗਾ, ਇਹਦਾ ਬਿਲਕੁਲ ਇਹਦੇ ਆਪੋਜ਼ਿਟ ਮੈਂ ਆਪਣੀ ਗੱਲ, ਗਲਤੀ ਹੋਵੇ। ਤੁਸੀਂ ਦੇਖੋ, ਮਗਰ ਉਹਦੇ ਮਗਰ ਜਿਹੜੇ ਆਉਣ ਵਾਲੇ ਹੋਣਗੇ, ਉਹ 50 ਲੋਕ ਜਿਹੜੇ ਨੇ ਉਹ ਤੁਹਾਡੇ ਵਾਲੀ ਲਾਈਨ ਤੇ ਜਿਹੜੀ ਆ ਉਹ ਆਪਣੇ ਵਿਚਾਰ ਰੱਖਣੇ ਸ਼ੁਰੂ ਕਰ ਦੇਣਗੇ। ਇਹ ਸੋਸ਼ਲ ਮੀਡੀਆ ਤੇ ਇਹ ਟ੍ਰੈਂਡ ਆ, ਤੇ ਇਹਦਾ ਦੁਰਵਰਤੋਂ, ਇਸੇ ਚੀਜ਼ ਦੀ ਦੁਰਵਰਤੋਂ ਕਰਨ ਵਾਲੇ ਲੋਕ ਕਰ ਰਹੇ ਨੇ। ਮੈਂ ਸੁਖਦੇਵ ਸਿੰਘ ਤੋਂ ਇਹਦਾ ਵਿਚਾਰ ਮੰਗਦਾ, ਵਿਸਥਾਰ ਮੰਗਦਾ। ਹਾਂਜੀ, ਤੁਸੀਂ ਸੁਖਦੇਵ ਸਿੰਘ ਜੀ ਪਲੀਜ਼, ਜੇ ਆਪਾਂ ਇਸ ਐਂਗਲ ਤੇ ਗੱਲਬਾਤ ਪਹੁੰਚੀਏ ਤੇ ਤੁਸੀਂ ਵੀ ਇਸ ਬਾਰੇ ਦੱਸੋ ਕਿ ਹੁੰਦਾ ਤੇ ਕੀ ਹੈ ਕਿ ਫੋਲੋਵਰ ਤੇ ਇੱਥੇ ਕਿਸੇ ਨੂੰ ਵੀ ਮਿਲ ਜਾਂਦੇ ਨੇ। ਇਹ ਦੁਨੀਆ ਇਦਾਂ ਦੀ ਹੈ। ਹੁਣ ਅਸੀਂ ਉਹਨਾਂ ਸਾਰਿਆਂ ਦੇ ਨਾਮ ਨਾ ਲਈਏ ਕਿ ਜਿਹੜੇ, ਇੱਕ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਬੜੀ ਪਿਆਰੀ ਗੱਲ ਲਿਖੀ ਹੈ। ਉਹ ਕਹਿੰਦਾ ਕਿ ਜਿਹੜੇ ਲੋਕਾਂ ਨੂੰ ਅਸੀਂ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੇ ਵੀ ਖੜੇ ਨਾ ਹੋਣ ਦਈਏ, ਕਿ ਉਹਨਾਂ ਦੀ ਇੰਨੀ ਔਕਾਤ ਨਾ ਹੋਵੇ ਕਿ ਅਸੀਂ ਪਸੰਦ ਨਹੀਂ ਕਰਦੇ ਕਿ ਸਾਡੇ ਘਰ ਦੇ ਦਰਵਾਜ਼ੇ ਦੇ ਮੂਹਰੇ ਵੀ ਖੜੇ ਹੋਣ, ਉਹ ਲੋਕ ਸੋਸ਼ਲ ਮੀਡੀਆ ਰਾਹੀਂ ਸਾਡੇ ਬੈਡਰੂਮਾਂ 'ਚ ਬੈਠੇ ਹੋਏ ਨੇ ਸਾਡੇ ਬੱਚਿਆਂ ਦੇ ਨਾਲ। ਸੋ ਇਹ ਮਤਲਬ ਇੱਕ ਖਾਸ ਗੱਲ ਹੈ। ਇਹ ਅਸੀਂ ਜਦੋਂ ਇੱਕ ਗੱਲ ਕਰ ਰਹੇ ਹਾਂ, ਅਸੀਂ ਸਿਰਫ ਸਿੱਖੀ ਇਸ਼ੂਜ਼ ਦੀ ਗੱਲ ਨਹੀਂ ਕਰ ਰਹੇ, ਇਹ ਵੀ ਵਿੱਚ ਰਿਲੇਟਡ ਗੱਲ ਹੈ, ਕਿਉਂਕਿ ਨਿਕਲਦੀ ਹੀ ਇੱਥੋਂ ਹੈ। ਕੀ ਖਿਆਲ ਤੁਹਾਡਾ ਦੇ ਬਾਰੇ? ਇਹਦੇ ਚ ਨਾ ਇੱਕ ਮੈਂ ਸਿੱਧਾ ਨਾਂ ਲੈਣ ਦੇ ਵਿੱਚ ਵੀ ਝਿਜਕ ਕੋਈ ਨਹੀਂ, ਕਿ ਸਿੱਖਾਂ ਨੂੰ ਅਪਗ੍ਰੇਡ ਕਰਨ ਦੇ ਨਾਂ ਦੇ ਉੱਤੇ ਇੱਕ ਐਸਾ ਪ੍ਰਚਲਨ ਚੱਲਿਆ ਹੈ ਕਿ ਸਿੱਖ ਨੌਜਵਾਨਾਂ ਦੇ ਮਨਾਂ ਦੇ ਵਿੱਚ ਬਿਠਾਇਆ ਜਾ ਰਿਹਾ ਕਿ ਜੋ ਕੁਝ ਵੀ ਤੁਸੀਂ ਪਰੰਪਰਾਵਾਂ ਦੇ ਤੌਰ ਤੇ, ਆਪਣੀ ਪਛਾਣ ਦੇ ਤੌਰ ਤੇ ਜੋ ਕੁਝ ਵੀ ਸਦੀਆਂ ਤੋਂ ਲੈ ਕੇ ਆ ਰਹੇ ਹੋ, ਇਹ ਬੋਝ ਸੀਗਾ, ਤੁਸੀਂ ਚੁੱਕੀ ਆਏ ਹੋ। ਤੁਹਾਡੇ ਪੁਰਖਿਆਂ ਨੇ ਇਸ ਬੋਝ ਨੂੰ 2 ਸਦੀਆਂ ਢੋਇਆ ਹੈ, ਤੇ ਹੁਣ ਸਮਾਂ ਆ ਗਿਆ ਕਿ ਇਸ ਬੋਝ ਤੋਂ ਮੁਕਤੀ ਪਾਈ ਜਾਵੇ ਤੇ ਅਪਗ੍ਰੇਡ ਹੋਇਆ ਜਾਵੇ। ਚਾਹੇ ਉਹ ਸਿੱਖ ਪਛਾਣ ਦੀ ਗੱਲ ਹੋਵੇ, ਸਿੱਖ ਪਰੰਪਰਾਵਾਂ ਦੀ ਗੱਲ ਹੋਵੇ, ਸਾਡੇ ਇਤਿਹਾਸ ਦੀ ਗੱਲ ਹੋਵੇ। ਹੁਣ ਕੀ ਹੈ, ਇਤਿਹਾਸ ਦੇ ਉੱਤੇ ਸਭ ਤੋਂ ਵੱਧ ਕਿੰਤੂ ਕੀਤਾ ਜਾਂਦਾ ਹੈ, ਤੇ ਇੱਥੋਂ ਤੱਕ ਕਮੈਂਟ ਆਉਂਦੇ ਨੇ, ਸਟੇਟਮੈਂਟਾਂ ਆ ਰਹੀਆਂ ਨੇ ਲੋਕਾਂ ਦੀਆਂ ਕਿ ਜਿੰਨਾ ਚਿਰ ਇਤਿਹਾਸ ਤੋਂ ਖਹਿੜਾ ਨਹੀਂ ਛੁਡਾਇਆ ਜਾਂਦਾ, ਉਹਨਾਂ ਚਿਰ ਅੱਗੇ ਨਹੀਂ ਵਧਿਆ ਜਾ ਸਕਦਾ। ਅੱਛਾ ਜੀ। ਤੇ
ਅੱਗੇ ਇਤਿਹਾਸ ਤੋਂ ਖਹਿੜਾ ਛਡਾਉਣ ਦੀ ਗੱਲ ਕੀ ਹੈ? ਜਿਵੇਂ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਸਿੱਖ ਡਾਕਟਰਾਂ ਨੇ ਜਿਹੜਾ ਉਹ ਆਪਣੇ ਆਪ ਨੂੰ ਕਲੀਨ ਸ਼ੇਵ ਕਰਨ ਦਾ ਫੈਸਲਾ ਲਿਆ, ਚਲੋ ਜੀ ਉਹਨਾਂ ਦਾ ਨਿੱਜੀ ਫੈਸਲਾ ਹੈ। ਜੀ ਹੁਣ ਇਤਿਹਾਸ ਹੀ ਸਾਨੂੰ ਦੱਸਦਾ ਹੈ ਕਿ ਅਸੀਂ ਰੋਜ਼ ਕਿੰਨਾ ਲੋਕਾਂ ਨੂੰ ਯਾਦ ਕਰਦੇ ਕਿ ਜਿਨ੍ਹਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਜੀ ਜੀ ਉਹਨਾਂ ਨੂੰ ਯਾਦ ਕਰਕੇ ਵਾਹਿਗੁਰੂ ਬੋਲਦੇ ਆ। ਜੀ ਜੇ ਇਤਿਹਾਸ ਨੂੰ ਛੱਡ ਦਿਆਂਗੇ ਤੇ ਫਿਰ ਸਾਨੂੰ ਉਹ ਭੁੱਲ ਜਾਵੇਗਾ ਕਿ ਜੀ ਸਮਾਂ ਆਉਣ ਤੇ ਭਾਈ ਤਾਰੂ ਸਿੰਘ ਦੇ ਕੋਲ ਵੀ ਤੇ ਆਪਸ਼ਨ ਸੀ ਕਿ ਜੀ ਉਹ ਕਿੰਨੀ 25-26 ਸਾਲ ਦੀ ਉਮਰ ਸੀ ਜਦੋਂ ਸ਼ਹੀਦ ਹੋ ਗਏ ਨੇ ਉਹ। ਬਿਲਕੁਲ ਬਿਲਕੁਲ ਤੇ ਜੇ ਉਹ ਇੱਕ ਵਾਰੀ ਕੇਸ ਕਤਲ ਕਰਵਾ ਕੇ ਆਪਣੇ ਆਪ ਨੂੰ ਬਚਾ ਲੈਂਦੇ ਤੇ ਬਹੁਤ ਸੇਵਾ ਕਰ ਸਕਦੇ ਸੀ। ਹਾਂਜੀ ਬਿਲਕੁਲ, ਸਾਰੀ ਉਮਰ ਉਹਨਾਂ ਦੀ ਸੇਵਾ ਕਰਨ ਵਾਸਤੇ ਅੱਗੇ ਪਈ ਸੀ। ਜੇ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰੀਏ ਜਿਹਨੂੰ ਅਸੀਂ ਆਪਣੇ ਬਾਬੇ ਕਹਿੰਦੇ ਆ, ਜੀ ਉਹਨਾਂ ਦੇ ਕਿਤੇ ਕਈ ਦਹਾਕਿਆਂ ਦਾ ਜੀਵਨ ਪਿਆ ਸੀ। ਉਹ ਹੋ ਸਕਦਾ 100 ਸਾਲ ਤੱਕ ਉਹ ਬਹੁਤ ਅਗਵਾਈ ਕਰਦੇ ਤੇ ਉਹਨਾਂ ਵਰਗੀ ਅਗਵਾਈ ਕੋਈ ਕਰ ਨਹੀਂ ਸੀ ਸਕਦਾ। ਜੀ ਤੇ ਜੀ ਕੀ ਸੀ, ਸਿੱਖੀ 2-4 ਮਹੀਨੇ ਵਾਸਤੇ ਛੱਡ ਵੀ ਦਿੱਤੀ ਜਾਂਦੀ ਤੇ ਗੱਲ ਕੋਈ ਨਹੀਂ ਸੀ, ਹਾਂਜੀ ਹਾਂਜੀ ਹਨਾ। ਪਰ ਜੇ ਉਹ ਵਿਦਵਾਨ ਜਿਹੜੇ ਜੇ ਉਹ ਇਹੋ ਜਿਹੇ ਫੈਸਲੇ ਲੈ ਲੈਂਦੇ ਕਿ ਠੀਕ ਹੈ ਕੋਈ ਸਮੇਂ ਲਈ ਛੱਡ ਦਿੰਦੇ ਆ, ਬਾਅਦ ਵਿੱਚ ਫਿਰ ਅਪਣਾ ਲਵਾਂਗੇ, ਤੇ ਹੋ ਸਕਦਾ ਕਿ ਅੱਜ ਅਸੀਂ ਐਜ ਏ ਸਿੱਖ ਗੱਲਬਾਤ ਨਾ ਕਰ ਰਹੇ ਹੁੰਦੇ। ਜੀ ਜੀ ਇਹਨਾਂ ਚੀਜ਼ਾਂ ਦਾ ਜਿਹੜੀਆਂ ਪਰੰਪਰਾਵਾਂ ਨੇ, ਜੇ ਸਿੱਖੀ ਦੀ ਗੱਲ ਕਰਾਂ ਤੇ ਸਿੱਖਾਂ ਦਾ ਵੀ ਬਹੁਤ ਸਮਾਂ ਪਹਿਲਾਂ ਭੋਗ ਪੈ ਗਿਆ ਹੋਣਾ ਸੀ। ਇਹ ਸਾਰਾ ਕੁਝ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਤੇ ਇਹਨੂੰ ਸਮਝਣ ਦੀ ਤੇ ਨੌਜਵਾਨੀ ਨੂੰ ਸਮਝਾਉਣ ਦੀ ਲੋੜ ਹੈ ਲਗਾਤਾਰ। ਜਿਹੜੀ ਹਰਭਜਨ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਕੋਈ ਵੀ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਗੱਲ ਕਰਦੇ ਹੋ, 8-10 ਫਾਲੋਅਰ ਜਿਹੜੇ ਤੁਹਾਡੇ ਉਸ ਵੇਲੇ ਬਣ ਜਾਂਦੇ ਨੇ। ਮੈਂ ਤੇ ਇੱਥੋਂ ਤੱਕ ਵੇਖਿਆ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਸਿਖਾਉਣ ਵਾਲਾ ਚੈਨਲ ਖੋਲੋ, ਤੁਹਾਡੇ ਤਾਂ ਵੀ ਫਾਲੋਅਰ ਬਣ ਜਾਣੇ ਨੇ। ਹਰ ਤਰ੍ਹਾਂ ਦੇ ਲੋਕ ਕਮਿਊਨਿਟੀ 'ਚ ਨੇ। ਬਿਲਕੁਲ ਦੇਖੋ, ਇੱਕ ਮੈਂ ਜਿਹੜੀ ਇਸੇ ਦੇ ਵਿੱਚ ਇੱਕ ਗੱਲ ਹੈ, ਤੁਸੀਂ ਹੈਰਾਨ ਹੋਵੋਗੇ। ਤੁਸੀਂ ਜਿਹੜੇ YouTube ਚੈਨਲ ਆ, ਤੁਸੀਂ YouTube ਚੈਨਲ ਖੋਲ ਕੇ ਦੇਖੋ, ਸਰਚ ਕਰਕੇ ਦੇਖੋ, ਮਿਲੀਅਨ ਵਿਊ ਜਿਹੜੇ ਨੇ ਉਹ ਕਿਸੇ ਸੰਜੀਦਾ ਗੱਲਬਾਤ ਦੇ ਕਦੀ ਨਹੀਂ ਮਿਲਣਗੇ। ਜਿਹੜੀ ਸੁਖਦੇਵ ਸਿੰਘ ਨੇ ਗੱਲ ਕੀਤੀ ਹੈ ਨਾ, ਇਹ ਬੜਾ ਵਿਚਾਰਨ ਵਾਲਾ ਮਾਮਲਾ ਹੈ ਕਿ ਜਦੋਂ ਕੋਈ ਬੰਦਾ ਸੰਜੀਦਾ ਗੱਲ ਕਰਦਾ ਹੈ, ਜ਼ਿੰਦਗੀ ਦੀ ਗੱਲ ਕਰਦਾ ਹੈ, ਤੁਹਾਨੂੰ ਚੰਗੀ ਸੇਧ ਦੇਣ ਦੀ ਗੱਲ ਕਰਦਾ ਹੈ, ਤੁਹਾਨੂੰ ਚੰਗੇ ਇਤਿਹਾਸਕ ਘਟਨਾਵਾਂ ਜਾਂ ਤੁਹਾਡੇ ਯੋਧਿਆਂ ਦੀਆਂ ਗੱਲਾਂ ਦੱਸਦਾ, ਜਾਂ ਜੋ ਦੁਨੀਆ ਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਇਤਿਹਾਸ ਦਾ ਰੁਖ ਮੋੜਿਆ, ਜਿਨ੍ਹਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ, ਉਹਨਾਂ ਦੀ ਗੱਲ ਕਰਦਾ, ਉਹਨਾਂ ਨੂੰ ਸੁਣਦਾ ਕੌਣ ਹੈ? ਜੇ ਗੱਲ ਸੁਖਦੇਵ ਸਿੰਘ ਦੀ ਗੱਲ ਹੈ, ਟਿਕਟੌਕ ਸਟਾਰ, ਆਹ ਦੇਖੋ ਮੁੱਖ ਮੰਤਰੀ ਆ ਗਿਆ ਜੀ ਇੱਕ ਇੱਥੇ ਪਿਛਲੇ ਸਮਿਆਂ ਦੇ ਵਿੱਚ, ਆ ਤਰਨਤਾਰਨ ਦੇ ਲਾਗੇ ਪਿੰਡ ਦਾ ਸੀਗਾ ਉਹ ਮੁੱਖ ਮੰਤਰੀ ਨੇ। ਪਤਾ ਨਹੀਂ, ਮੈਨੂੰ ਸਮਝ ਨਹੀਂ ਆਉਂਦੀ। ਚਾਹੀਦਾ ਤੇ ਇਹ ਸੀ ਪੰਜਾਬ ਸਰਕਾਰ ਨੂੰ ਉੱਤੇ ਕੇਸ ਕਰਨਾ ਚਾਹੀਦਾ ਹੈ ਕਿ ਯਾਰ ਮੁੱਖ ਮੰਤਰੀ ਤੇਰਾ ਮਤਲਬ ਕੀ ਹੈ? ਮੁੱਖ ਮੰਤਰੀ ਤੂੰ ਕਿੱਦਾਂ ਕਹਿ ਰਹੇਗਾ ਵੀ ਮੁੱਖ ਮੰਤਰੀ ਦੇ ਇੱਕ ਅਹੁਦੇ ਦੀ ਮਾਣ ਮਰਿਆਦਾ ਵਾ, ਇੱਕ ਮੁੱਖ ਮੰਤਰੀ ਦੇ ਅਹੁਦੇ ਦਾ ਸਤਿਕਾਰ ਹੈ। ਤੂੰ ਯਾਰ ਕਿਉਂ ਇੱਕ ਅਹੁਦੇ ਦੀ ਤੋਹੀਨ ਕਰਨ ਡਿਆ? ਤੇਰੇ ਤੇ ਕੇਸ ਬਣਦਾ। ਤੇ ਉਹ ਐਡੀਆਂ ਘਟੀਆ ਕਿਸਮ ਦੀਆਂ ਗੱਲਾਂ ਕਰਕੇ ਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕਾਂ ਨੇ ਉਹਨੂੰ ਮਿਲੀਅਨ ਵਿਊ ਦੇ ਦਿੱਤੇ, ਹਨਾ। ਇਹ ਚੀਜ਼ਾਂ ਜਿਹੜੀਆਂ ਨੇ, ਵੇਖੋ ਸੋਸ਼ਲ ਮੀਡੀਆ ਸਾਰਾ ਦੇਖ ਲਓ, ਉਹਦੇ ਤੇ ਬਿਨਾਂ ਮਤਲਬ ਦੀਆਂ, ਬਿਨਾਂ ਸਿਰ ਪੈਰ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਮਤਲਬ ਚਰਚਿਤ ਨੇ। ਤੇ ਜੇ ਕੋਈ ਚੰਗੀ ਗੱਲ ਹੈ ਤੇ ਉਹਨੂੰ ਲੋਕੀ ਦੇਖਦੇ ਨੇ। ਸੰਜੀਦਾ ਗੱਲ ਨੂੰ ਕਿਤੇ ਵੀ ਵਜਨ ਨਹੀਂ ਦਿੱਤਾ ਜਾਂਦਾ। ਖੈਰ ਮੇਰਾ ਖਿਆਲ ਹੈ ਕਿ ਇਹ ਕਿਸੇ ਕਮਿਊਨਿਟੀ ਦੀ, ਕਿਸੇ ਭਾਈਚਾਰੇ ਦੀ ਇੱਕ ਐਵਰੇਜ ਸੋਚ ਦਾ ਰਿਜ਼ਲਟ ਹੁੰਦਾ ਕਿ ਉਹ ਕਿਹੜੇ ਪਾਸੇ ਡਿੱਗਦੀ ਹੈ ਜਾ ਕੇ। ਬਹੁਤ ਸੰਜੀਦਾ ਲੋਕ ਲੱਭਣੇ, ਉਹ ਕਿਸੇ ਭਾਈਚਾਰੇ ਦੀ ਪੈਮਾਨਾ ਤੈਅ ਹੁੰਦਾ ਇਹੋ ਜਿਹੀਆਂ ਚੀਜ਼ਾਂ ਨਾਲ ਕਿ ਕਿਸ ਭਾਈਚਾਰੇ 'ਚ ਕਿਸ ਚੀਜ਼ੇ ਦੀਆਂ, ਕਿਸ ਦਰਜੇ ਦੀਆਂ ਚੀਜ਼ਾਂ ਪ੍ਰਮੋਟ ਹੋ ਰਹੀਆਂ ਨੇ, ਉਹ ਚਾਹੇ ਸੋਸ਼ਲ ਮੀਡੀਆ ਦੇ ਥਰੂ ਹੋਣ, ਚਾਹੇ ਉਹ ਫੈਸ਼ਨ ਦਾ ਕੋਈ ਢੰਗ ਹੋਵੇ ਨਾ, ਇਸ ਤਰ੍ਹਾਂ। ਤੇ ਦੇਖੋ ਮੇਰੀ ਬੇਨਤੀ ਸੁਣੋ ਜੀ। ਜਦੋਂ ਇੱਕ ਮੈਂ ਮੰਨ ਲਓ ਮੈਂ ਉਪਦੇਸ਼ਕ ਹਾਂ ਜੀ, ਮੈਂ ਮੰਨ ਲਓ ਪ੍ਰਚਾਰਕ ਹਾਂ, ਮੈਂ ਮੰਨ ਲਓ ਬੁਲਾਰਾ ਵਾਂ, ਠੀਕ ਹੈ। ਤੇ ਮੈਨੂੰ ਕੁਦਰਤੀ ਸੁਣਨ ਵਾਲਿਆਂ ਦੀ ਗਿਣਤੀ ਤੇ ਹੋਊਗੀ ਨਾ। ਪਰ ਜੇ ਮੈਂ ਸਮਝਾਂ ਕਿ ਮੈਨੂੰ ਸੁਣਨ ਵਾਲੇ ਲੱਖਾਂ ਸੁਣਦੇ ਨੇ, ਤੇ ਇਹਦਾ ਮਤਲਬ ਹੈ ਕਿ ਮੈਂ ਆਪਣੀ ਜੋ ਮਰਜ਼ੀ ਆਪਣੇ ਢੰਗ ਨਾਲ ਅਗਲੇ ਨੂੰ ਗੱਲ ਕਹੀ ਜਾਵਾਂ। ਇਹ ਮੈਨੂੰ ਅਧਿਕਾਰ ਕਿਹਨੇ ਦਿੱਤਾ? ਇਹ ਐਕਚੁਅਲੀ ਉਹ ਗੱਲ ਆ ਗਈ। ਹੈਰਾਨੀਜਨਕ ਗੱਲ ਇਹ ਆ ਕਿ ਮਤਲਬ ਇਹ ਮੈਂ ਅਧਿਕਾਰ ਰੱਖਦਾ ਕਿ ਜੇ ਮੈਨੂੰ ਸੁਣਨ ਵਾਲੇ ਮਤਲਬ ਵੱਧ ਗਏ ਨੇ, ਮੇਰੇ ਫਾਲੋਅਰ ਵੱਧ ਗਏ ਨੇ, ਤੇ ਮੈਂ ਜੋ ਮਰਜ਼ੀ ਕਿਸੇ ਨੂੰ, ਜੋ ਮਾੜਾ ਚੰਗਾ ਜੋ ਮਰਜ਼ੀ ਕਿਸੇ ਦੇ ਖਿਲਾਫ ਬੋਲੀ ਜਾਵਾਂ, ਇਹਦਾ ਮਤਲਬ ਏਦਾਂ ਦਾ ਮਤਲਬ ਮਾਹੌਲ ਪੈਦਾ ਕਰਦਾ। ਇਹ ਕਿਹਨੇ? ਖੈਰ ਇਹ ਨਵੇਂ ਜ਼ਮਾਨੇ ਦੇ ਨਾਲ ਇਹ ਚੀਜ਼ ਸਾਹਮਣੇ ਆ ਗਈ ਕਿ ਜਿਹਨੂੰ ਅਸੀਂ ਸਮਾਜਿਕ ਮੀਡੀਆ, ਸੋਸ਼ਲ ਮੀਡੀਆ ਕਹਿ ਦਿੰਦੇ ਹਾਂ, ਉਹਨੇ ਅਨਰਿਟਨ ਤਰੀਕੇ ਨਾਲ, ਅਣਲਿਖਤ ਤਰੀਕੇ ਨਾਲ ਲੋਕਾਂ ਨੂੰ ਐਸੇ ਅਧਿਕਾਰ ਦੇ ਦਿੱਤੇ ਨੇ। ਚਲੋ ਖੈਰ, ਅਸੀਂ ਫਿਰ ਥੋੜਾ ਉਸ ਮੁੱਦੇ ਤੇ ਆਈਏ। ਜਿਵੇਂ ਸੁਖਦੇਵ ਸਿੰਘ ਹੋਣਾ ਗੱਲ ਕੀਤੀ ਸੀਗੀ, ਅਸੀਂ ਇਹ ਤੇ ਸਾਂਝੇ ਤੌਰ ਤੇ ਗੱਲਬਾਤ ਕਰ ਰਹੇ ਹਾਂ ਨਾ ਆਰਾਮ ਨਾਲ, ਕਿ ਇੱਕ ਇੰਟਰਨੈਸ਼ਨਲ ਫਰੇਮ ਹੈ ਦਿੱਖ ਦਾ, ਜਿਹਦੇ ਵਿੱਚ ਫਿੱਟ ਹੋਣ ਵਾਸਤੇ
ਸਾਡੀ ਕਮਿਊਨਿਟੀ ਦੇ ਮਤਲਬ ਉਹਦਾ ਇੱਕ ਹਿੱਸਾ ਉਹ ਤਰਲੋ ਮੱਚੀ ਹੋ ਰਿਹਾ ਹੈ। ਇਹ ਇੰਟਰਨੈਸ਼ਨਲ ਫਰੇਮ ਦੇਖੋ, ਜਾਂ ਅਸੀਂ ਤਾਂ ਦੋ ਚੀਜ਼ਾਂ ਦੇ ਥਰੂ ਜਾ ਸਕਦੇ ਹਾਂ। ਜੇ ਤਾਂ ਅਸੀਂ ਪਿਛ ਲੱਗੂ ਹਾਂ, ਜੇ ਤੇ ਅਸੀਂ ਲਾਈ ਲੱਗ ਹਾਂ, ਅਸੀਂ ਇੱਕ ਬਣੇ ਬਣਾਏ ਇੰਟਰਨੈਸ਼ਨਲ ਫਰੇਮ ਦੇ ਵਿੱਚ ਫਿੱਟ ਹੋਣ ਦੀ ਕੋਸ਼ਿਸ਼ ਕਰਾਂਗੇ। ਪਰ ਜੇ ਸਾਡੇ ਪੱਲੇ ਕੁਛ ਹੈ, ਜੇ ਸਾਡੇ 'ਚ ਦਮ ਹੈ, ਜੇ ਅਸੀਂ ਕੈਪੇਬਲ ਹਾਂ, ਤੇ ਅਸੀਂ ਇੰਟਰਨੈਸ਼ਨਲ ਫਰੇਮ ਨੂੰ ਬਦਲ ਦਿਆਂਗੇ। ਇਹਨਾਂ ਦੋਵਾਂ ਆਪਸ਼ਨ ਦੇ ਵਿੱਚੋਂ ਸਾਨੂੰ ਕਿਹੜਾ ਚੂਜ਼ ਕਰਨਾ ਚਾਹੀਦਾ ਤੇ ਉਹ ਕਿਹੜਾ ਹੋ ਰਿਹਾ ਹੈ? ਪਲੀਜ਼ ਚੂਜ਼ ਤੇ ਸਾਨੂੰ, ਹਾਂਜੀ, ਚੂਜ਼ ਦੀ ਜਿੱਥੋਂ ਤੱਕ ਗੱਲ ਹੈ ਕਿ ਸਾਨੂੰ ਫਰੇਮ ਨੂੰ ਆਪਣੇ ਅਕੋਰਡਿੰਗ ਮੋਡੀਫਾਈ ਕਰਨ ਦੇ ਵਿੱਚ ਜ਼ੋਰ ਲਾਉਣਾ ਚਾਹੀਦਾ ਹੈ, ਤੇ ਕੀਤਾ ਵੀ ਅੱਜ ਤੱਕ ਮੈਂ ਵਾਰ-ਵਾਰ 2-3 ਵਾਰੀ ਪਹਿਲਾਂ ਵੀ ਦੁਹਰਾਇਆ ਹੈ ਕਿ ਵੱਖ-ਵੱਖ ਦੇਸ਼ਾਂ ਦੀ ਫੌਜ ਤੇ ਇੱਕ ਸਭ ਤੋਂ ਜਿਹੜਾ ਮੁੱਖ ਵਿੰਗ ਹੁੰਦਾ ਕਿਸੇ ਵੀ ਦੇਸ਼ ਦਾ, ਜੀ, ਵੱਡੇ ਲੋਕਾਂ ਦੀ ਸਿਕਿਉਰਿਟੀ ਦੇ ਵਿੱਚ ਸਿੱਖ ਜਿਹੜੇ ਨੇ ਆਪਣੇ ਸਿੱਖੀ ਸਰੂਪ ਦੇ ਨਾਲ ਹੀ ਸ਼ਾਮਲ ਨੇ। ਉਹਨਾਂ ਨੇ ਫਰੇਮ ਨੂੰ, ਤੁਹਾਡੇ 'ਚ ਕਾਬਲੀਅਤ ਇੰਨੀ ਹੋਣੀ ਚਾਹੀਦੀ ਆ ਕਿ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਤੁਹਾਡੇ ਅਕੋਰਡਿੰਗ ਆਪਣੇ ਫਰੇਮ ਨੂੰ ਬਦਲੇ ਕਿ ਆਹ ਬੰਦੇ ਸਾਡੇ ਵਾਸਤੇ ਇੰਨੇ ਜ਼ਰੂਰੀ ਨੇ ਕਿ ਇਹਨਾਂ ਵਾਸਤੇ ਅਸੀਂ ਆਪਣੇ ਮਾਪਦੰਡ ਜਿਹੜੇ ਨੇ ਉਹ ਉਹਨਾਂ 'ਚ ਤਬਦੀਲੀ ਕਰ ਲਵਾਂਗੇ। ਤੇ ਹੁੰਦੀ ਆਈ ਹੈ, ਅੱਜ ਤੱਕ ਹੁੰਦੀ ਆਈ ਹੈ। ਤਾਂ ਹੀ ਮੈਂ ਕਹਿ ਰਿਹਾ ਕਿ ਉਸ ਡਾਕਟਰ ਦਾ ਨਿੱਜੀ ਫੈਸਲਾ ਹੈ। ਵੇਖੋ, ਹਜ਼ਾਰਾਂ ਨੌਜਵਾਨ ਜਿਹੜੇ ਨੇ ਉਹ ਕੇਸ ਕਤਲ ਕਰਵਾ ਕੇ ਵਿਚਰ ਰਹੇ ਨੇ, ਠੀਕ ਹੈ। ਇਸੇ ਤਰ੍ਹਾਂ ਹੀ ਉਹਨੂੰ ਵੇਖਿਆ ਜਾਣਾ ਚਾਹੀਦਾ ਕਿ ਇੱਕ ਡਾਕਟਰ ਨੇ ਕੇਸ ਕਤਲ ਕਰਵਾ ਲਏ ਨੇ, ਕੋਈ ਗੱਲ ਨਹੀਂ, ਉਹਦਾ ਨਿੱਜੀ ਫੈਸਲਾ ਹੈ। ਹਾਂ, ਬਿਲਕੁਲ, ਹਾਂ, ਇਹਨੂੰ ਸਿਧਾਂਤ ਬਣਾ ਕੇ ਪੇਸ਼ ਕਰਨਾ ਬਿਲਕੁਲ ਸਰਾਸਰ ਗਲਤ ਹੈ। ਫਿਰ ਉਹਦੇ 'ਚ ਕੀ ਹੋਏਗਾ ਕਿ ਜਿਹੜੇ ਬੰਦਿਆਂ ਨੇ, ਮੈਂ ਦੁਬਾਰਾ ਉਹੀ ਗੱਲ ਕਰਾਂ ਕਿ ਜਿਹੜੇ ਬੰਦਿਆਂ ਨੇ ਸਿਧਾਂਤਾਂ ਵਾਸਤੇ ਸਿਰ ਦਿੱਤੇ ਨੇ, ਕੇਸਾਂ ਨੂੰ ਆਪਣੀ ਜਾਨ ਨਾਲੋਂ ਜ਼ਿਆਦਾ ਪਹਿਲ ਦਿੱਤੀ ਹੈ, ਇੱਕ ਸਮਾਂ ਆ ਕੇ ਸਾਨੂੰ ਫਿਰ ਉਹ ਜਿਹੜੇ ਨੇ ਉਹ ਗਲਤ ਲੱਗਣ ਲੱਗ ਪੈਣਗੇ ਕਿ ਉਹਨਾਂ ਨੂੰ ਜਾਂਚ ਨਹੀਂ ਆਈ ਮਨੁੱਖਤਾ ਦੀ ਸੇਵਾ ਕਰਨ ਦੀ, ਜਿਹੜੀ ਜਾਂਚ 21ਵੀਂ ਸਦੀ 'ਚ ਇੱਕ ਡਾਕਟਰ ਨੇ ਸਿਖਾਈ ਹੈ। ਜੀ, ਬਿਲਕੁਲ। ਸੋ ਮੇਰਾ ਖਿਆਲ ਹੈ ਕਿ ਆਪਾਂ ਇਹਨੂੰ ਰੋਲ ਅਪ ਕਰਨਾ ਹੋਵੇ ਤੇ ਅਸੀਂ ਇਸ ਐਂਗਲ ਤੇ ਇਹਨੂੰ ਕਰੀਏ। ਅਸੀਂ ਇੱਥੇ ਆਣ ਕੇ ਇਸ ਚੀਜ਼ ਨੂੰ ਲਿਆ ਸਕਦੇ ਹਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਜੋ ਅੱਜ ਕੱਲ੍ਹ ਨਵੇਂ ਗਰੁੱਪ ਆ ਗਏ ਨੇ, ਅਪਗ੍ਰੇਡ ਵੀ ਹੈ ਔਰ ਬੜੇ ਇਸ ਤਰ੍ਹਾਂ ਦੇ ਨਾਮ ਨੇ, ਇਹ ਉਹ ਲੋਕ ਨੇ ਜਾਂ ਇਹਨਾਂ ਦੇ ਪਿੱਛੇ ਉਹ ਲੋਕ ਨੇ ਜਿਹੜੇ ਜਿਹੜੀ ਸਿੱਖੀ ਦੇ ਆਪਣੇ ਜਿਹੜੇ ਆਪਣਾ ਫਰੇਮ ਨੇ, ਆਪਣੀ ਆਈਡੈਂਟੀਟੀ ਹੈ, ਆਪਣੀ ਆਈਡੀਓਲੋਜੀ ਦਾ, ਉਹਨੂੰ ਇਹ ਪਸੰਦ ਨਹੀਂ ਕਰ ਸਕਦੇ ਜਾਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਇਹਨੂੰ ਅਪਣਾ ਨਹੀਂ ਸਕਦੇ। ਇਹਨਾਂ 'ਚ ਇੰਨਾ ਦਮ ਨਹੀਂ ਕਿ ਇੰਟਰਨੈਸ਼ਨਲ ਲੈਵਲ ਤੇ ਆਪਣੇ ਫਰੇਮ ਪੈਦਾ ਕਰ ਸਕਣ। ਤੇ ਇਹ ਭੱਜ ਕੇ ਦੂਜੇ ਫਰੇਮਾਂ 'ਚ ਵੜਨ ਦੀ ਕੋਸ਼ਿਸ਼ ਕਰਦੇ ਨੇ ਤੇ ਬੱਚਿਆਂ ਨੂੰ ਵੀ ਵਾੜ ਰਹੇ ਨੇ ਕਿ ਹੁਣ ਤੁਸੀਂ ਆਪਣਾ ਛੱਡੋ, ਤੁਸੀਂ ਉਹਨਾਂ ਫਰੇਮਾਂ 'ਤੇ ਜਾ ਕੇ ਫਿੱਟ ਹੋਣਾ ਜਿਹੜੇ ਦੁਨੀਆ ਨੇ ਬਣਾਏ ਨੇ। ਸੋ ਮੇਰਾ ਖਿਆਲ ਹੈ ਕਿ ਇਸ ਚੀਜ਼ ਦਾ ਕਨਕਲੂਜਨ ਤੇ ਇਹੀ ਨਿਕਲਦਾ। ਹਾਂਜੀ, ਕਨਕਲੂਜਨ, ਹਾਂਜੀ, ਮੈਂ ਇੱਕ ਮਿੰਟ ਰੁਪਏ ਥੋੜੀ ਗੱਲ ਤੁਸੀਂ ਕਹਿਣਾ ਚਾਹੋ। ਮੈਂ ਨਹੀਂ, ਸੁਖਦੇਵ ਸਿੰਘ ਕਰ ਸਕਦੇ ਨੇ ਗੱਲ, ਕੋਈ ਗੱਲ ਨਹੀਂ, ਇਤਰਾਜ਼ ਨਹੀਂ ਹੈ ਮੈਨੂੰ, ਪਰ ਬੜੀ ਸਾਫ਼ ਗੱਲ ਹੈ। ਪਹਿਲਾਂ ਵੀ ਮੈਂ ਗੱਲ ਕੀਤੀ ਹੈ, ਤੁਸੀਂ ਵੀ, ਮੇਰੇ ਖਿਆਲ ਨਾਲ ਅਰਥ ਤੁਹਾਡੇ ਵੀ ਉਸੇ ਗੱਲ, ਤੁਹਾਡੀ ਗੱਲ ਦੇ ਵੀ ਅਰਥ ਉਹੀ ਨਿਕਲਦੇ ਨੇ ਜਿਹੜੀ ਆਪਾਂ ਪਹਿਲਾਂ ਕਰ ਚੁੱਕੇ ਹਾਂ। ਮੈਨੂੰ ਨਹੀਂ ਪਤਾ ਕੌਣ ਮਤਲਬ ਮਾੜਾ ਹੈ, ਮੈਨੂੰ ਨਹੀਂ ਪਤਾ ਕੌਣ ਚੰਗਾ, ਪਰ ਜਦੋਂ ਅਸੀਂ ਕਿਸੇ ਸਿੱਖ ਜਾਂ ਕਿਸੇ ਵੀ ਧਰਮ ਦੇ ਇਸ਼ੂ ਨੂੰ ਹਾਈਜੈਕ ਕਰਕੇ ਤੇ ਉਹਨੂੰ ਆਪਣੇ ਅਰਥ ਦੇਵਾਂਗੇ, ਉਦੋਂ ਮਤਲਬ ਕਦੀ ਵੀ ਅਸੀਂ ਠੀਕ ਨਹੀਂ ਕਰ ਰਹੇ। ਨਤੀਜਾ ਨਹੀਂ ਨਿਕਲਦਾ। ਇਹ ਗੱਲ ਜਿਹੜੀ ਸੁਖਦੇਵ ਸਿੰਘ ਨੇ ਇਹਦੇ ਤੇ ਮੇਰੇ ਖਿਆਲ ਨਾਲ ਗੱਲ ਕੀਤੀ ਹੈ, ਇਹੀ ਗੱਲ। ਦੇਖੋ, ਇੱਕ ਮੈਂ ਇਹਨੂੰ ਗੱਲ ਕਹੂੰਗਾ ਕਿ ਸਾਡੇ ਸਿੱਖ ਧਰਮ ਦੀਆਂ ਜਿਹੜੀਆਂ ਰਵਾਇਤਾਂ ਨੇ, ਇਹਨਾਂ ਨੂੰ ਹੁਣ ਤੱਕ ਲੈ ਕੇ ਜਾਣ ਲਈ, ਇਸ ਮਤਲਬ ਜਿਹੜੀ ਅੱਜ ਦੇ ਜਿਹੜੇ ਹਾਲਾਤ ਨੇ ਇੱਥੋਂ ਤੱਕ ਲੈ ਕੇ ਜਾਣ ਲਈ ਸਾਨੂੰ ਬਹੁਤ ਕੁਝ ਕਰਨਾ ਪਿਆ। ਸਾਡਾ ਬੜਾ ਕੁਝ ਦਾਅ ਤੇ ਲੱਗਾ। ਸਾਡੇ ਇਤਿਹਾਸ ਦੇ ਵਿੱਚ ਬਹੁਤ ਜਿਹੜੀਆਂ ਸ਼ਹਾਦਤਾਂ ਵੀ ਨੇ ਇਹਨਾਂ ਚੀਜ਼ਾਂ ਲਈ। ਫਿਰ ਅੱਗੇ ਜਿਹੜੀ ਵਿਦੇਸ਼ਾਂ 'ਚ ਸਿੱਖ ਪਛਾਣ ਦਾ ਮਾਮਲਾ ਵਾ, ਉਹਦੇ ਲਈ ਇੱਕ ਲੰਮਾ ਸੰਘਰਸ਼ ਹੈ। ਤੁਸੀਂ ਤੇ ਸਭ ਕੁਝ ਜ਼ਿਆਦਾ ਮੇਰੇ ਨੂੰ ਬਿਹਤਰ ਜਾਣਦੇ ਹੋ, ਤੁਹਾਨੂੰ ਰੋਜ਼ ਫੇਸ ਕਰਨਾ ਪੈਂਦਾ। ਇਸ ਲੰਮੇ ਸੰਘਰਸ਼ ਨੂੰ ਅਸੀਂ ਤਾਰ-ਤਾਰ ਕਰ ਰਹੇ ਹੋਵਾਂਗੇ ਜਦੋਂ ਇਹੋ ਜਿਹੀਆਂ ਗੱਲਾਂ ਨੂੰ ਅਸੀਂ ਸਿਧਾਂਤਕ ਤੌਰ ਤੇ ਮੁੱਦਾ ਬਣਾ ਕੇ ਪੇਸ਼ ਕਰਾਂਗੇ। ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਤੇ ਜਿਹੜੇ ਲੋਕ, ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ, ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਬਿਨਾਂ ਸੋਚੇ ਸਮਝੇ, ਬਿਨਾਂ ਵਿਚਾਰੇ ਇਹਦਾ ਹਿੱਸਾ ਬਣ ਜਾਂਦੇ ਨੇ, ਇਹਦੇ 'ਚ ਸ਼ਾਮਲ ਹੋ ਜਾਂਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਪਹਿਲਾਂ ਇਸ ਮਾਮਲੇ ਦੇ ਉੱਤੇ ਆਪਣੀ ਇੱਕ ਰਾਏ ਬਣਾਉਣ, ਉਸ ਤੋਂ ਬਾਅਦ ਉਹਦੇ ਤੇ ਜੋ ਵੀ ਗੱਲ ਕਰਨੀ ਹੈ ਗੱਲ ਕਰਨ। ਕਿਸੇ ਦੀ ਰਾਏ ਨੂੰ ਦੇ ਵਿੱਚ ਰਾਏ ਦੇ ਵਿੱਚ ਹਾਂ 'ਚ ਹਾਂ ਮਿਲਾਉਣੀ ਜਿਹੜੀ ਹੈ, ਉਹ ਮੈਨੂੰ ਲੱਗਦਾ ਕਿ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਇਹ ਚੀਜ਼ਾਂ ਸਾਰੀਆਂ ਜਿਹੜੇ ਮੈਨੂੰ ਨਹੀਂ ਪਤਾ ਕੀ ਕੌਣ ਕੀ ਕਰਦਾ ਕੀ ਨਹੀਂ ਕਰਦਾ, ਪਰ ਹਰ ਇੱਕ ਉਹਨਾਂ ਚਿਰ ਕਰਦਾ ਜਿੰਨਾ ਚਿਰ ਉਹਨੂੰ ਮੰਨਣ ਵਾਲੇ, ਉਹਨੂੰ ਫੋਲੋ ਕਰਨ ਵਾਲੇ ਲੋਕ ਜਦੋਂ ਉਹਨੂੰ ਹਵਾ ਦਿੰਦੇ ਰਹਿੰਦੇ ਨੇ। ਜੇ ਮੈਂ ਤਾਂ ਕਹਿੰਦਾ, ਸਾਡੇ ਅੰਦਰ ਵੇਖੋ,
ਸਾਡਾ ਇੱਕ ਇਤਿਹਾਸ ਰਿਹਾ ਯੋਧਿਆਂ ਵਾਲਾ, ਤੇ ਜੇ ਅਸੀਂ ਉਹ ਇਤਿਹਾਸ ਜਿਹੜਾ ਵਾ ਦਲੇਰੀ ਵਾਲਾ, ਅਣਖ ਵਾਲਾ, ਜੇ ਅਸੀਂ ਕਿਤੇ ਉਹਨੂੰ ਮਤਲਬ ਆਪਣੇ ਪੱਲੇ ਬੰਨੀ ਰੱਖੀਏ ਤੇ ਫਿਰ ਤੇ ਮੇਰੇ ਖਿਆਲ ਨਾਲ ਕੋਈ ਗੱਲ ਨਹੀਂ ਹੈਗੀ। ਗਲਤ ਨੂੰ ਗਲਤ ਕਹਿਣ ਵਾਸਤੇ ਸਾਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ। ਜੇ ਕੋਈ ਸਾਨੂੰ ਗੁੰਮਰਾਹ ਕਰਨ ਦਾ ਯਤਨ ਕਰਦਾ ਤੇ ਉਹਨੂੰ ਸਵਾਲ ਕਰਨਾ ਸਾਨੂੰ ਜਿਹੜਾ ਕੋਈ ਡਰ ਨਹੀਂ ਹੋਣਾ ਚਾਹੀਦਾ। ਉਹ ਇਹ ਚੀਜ਼ਾਂ ਸਾਨੂੰ ਜਿਹੜੀਆਂ ਜ਼ਰੂਰ ਸੋਚਣੀਆਂ ਪੈਣਗੀਆਂ। ਬਿਲਕੁਲ ਬਿਲਕੁਲ। ਸੁਖਦੇਵ ਸਿੰਘ ਜੀ, ਅਸੀਂ ਪ੍ਰੋਗਰਾਮ ਰੋਲ ਅਪ ਕਰੀਏ ਤਾਂ ਲਾਸਟ ਸਟੇਟਮੈਂਟ ਤੁਹਾਡੇ ਵੱਲੋਂ। ਹਾਂਜੀ, ਮੇਰੇ ਵੱਲੋਂ ਤਾਂ ਉਹੀ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹਨੂੰ ਇੱਕ ਪੈਮਾਨਾ ਨਹੀਂ ਬਣਾਉਣਾ ਚਾਹੀਦਾ। ਉਸ ਡਾਕਟਰ ਦਾ ਨਿੱਜੀ ਫੈਸਲਾ ਹੈ, ਠੀਕ ਹੈ। ਇਹਨੂੰ ਸਿੱਖੀ ਦਾ ਪੈਮਾਨਾ ਬਣਾ ਕੇ ਜਿਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਰਗ ਵੱਲੋਂ, ਉਹ ਚਿੰਤਿਤ ਹੈ। ਤੇ ਕੋਸ਼ਿਸ਼ ਵੀ ਉਸ ਵਰਗ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਆਪਣੀ ਕਹੀ ਹੋਈ ਗੱਲ ਜਿਹੜੀ ਹੈ 30 ਸਕਿੰਟ ਬਾਅਦ ਵੀ ਭੁੱਲ ਜਾਂਦੀ ਤੇ ਬਿਆਨ ਬਦਲ ਜਾਂਦੇ ਨੇ ਜੀ। ਉਹਨਾਂ ਲੋਕਾਂ ਵੱਲੋਂ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਦਾ ਪਤਾ ਨਹੀਂ ਕੱਲ ਨੂੰ ਕੀ ਕਹਿ ਦੇਣ ਇਸ ਮੁੱਦੇ ਦੇ ਉੱਤੇ, ਸੋ ਉਹਨਾਂ ਨੂੰ ਬਹੁਤਾ ਸੀਰੀਅਸ ਨਹੀਂ ਲੈਣਾ ਚਾਹੀਦਾ। ਮੈਂ ਆਪਣੇ ਜੇ ਕੋਈ ਨੌਜਵਾਨ ਭੈਣ ਭਰਾ ਵੇਖ ਰਿਹਾ ਤੇ ਖਾਸ ਕਰ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਜੋ ਵੀ ਨਵਾਂ ਵਿਚਾਰ ਤੁਹਾਡੇ ਕੋਲ ਆਉਂਦਾ ਹੈ, ਕੋਈ ਬੰਦਾ ਤੁਹਾਨੂੰ ਨਵਾਂ ਵਿਚਾਰ ਦਿੰਦਾ ਹੈ, ਤੇ ਜਿਹੜਾ ਸਾਡੇ ਪੁਰਖਿਆਂ ਨੇ ਪਿਛਲੇ 300 ਸਾਲ ਦੇ ਵਿੱਚ ਕਮਾਇਆ ਉਹਦੇ ਨਾਲ ਟਕਰਾ ਕੇ ਜ਼ਰੂਰ ਇੱਕ ਵਾਰੀ ਵੇਖਿਆ ਕਰੋ ਕਿ ਇਹ ਕਿੰਨਾ ਕੁ ਰੱਖਣ ਯੋਗ ਹੈ ਤੇ ਕਿੱਥੇ ਕੁ ਟਿਕਾਉਣ ਯੋਗ ਹੈ। ਤੇ ਜੇ ਅਸੀਂ ਇਹਨੂੰ ਲੈਂਦੇ ਹਾਂ ਤੇ ਸਾਨੂੰ ਪਿਛਲਿਆਂ ਦੇ ਵਿੱਚੋਂ ਕੀ ਕੁਝ ਛੱਡਣਾ ਪਊਗਾ ਤੇ ਕੀ ਉਹ ਛੱਡ ਕੇ ਅਸੀਂ ਐਜ ਏ ਸਿੱਖ ਅੱਗੇ ਵੱਧ ਸਕਦੇ ਹਾਂ ਕਿ ਨਹੀਂ। ਜੀ ਬਿਲਕੁਲ। ਇਹੋ ਜਿਹੀ ਜੱਜਮੈਂਟ ਜਿਹੜੀ ਸਾਡੇ ਅੰਦਰ ਪੈਦਾ ਹੋਣੀ ਚਾਹੀਦੀ ਹੈ। ਹਾਂਜੀ, ਸੋ ਮੇਰੇ ਖਿਆਲ ਹੈ ਅਸੀਂ ਪ੍ਰੋਗਰਾਮ ਦਾ ਵਕਤ ਸਾਡਾ ਹੋ ਚੁੱਕਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਦੇਵ ਸਿੰਘ ਜੀ, ਸਰਦਾਰ ਹਰਭਜਨ ਸਿੰਘ ਜੀ, ਸਮਾਂ ਤੁਸੀਂ ਦਿੱਤਾ। ਔਰ ਮੈਂ ਜਾਣ ਤੋਂ ਪਹਿਲਾਂ ਇਹ ਗੱਲ ਕਹਾਂਗਾ ਕਿ ਅਸੀਂ ਇਹ ਜੋ ਸਬਜੈਕਟ ਨੇ, ਇਹ ਜੋ ਮੌਜੂਦਾ ਸਮਾਂ ਚੱਲ ਰਿਹਾ ਜਿਹਦੇ ਵਿੱਚ ਸਾਨੂੰ ਇਸ ਤਰ੍ਹਾਂ ਦੇ ਮਾਮਲੇ ਦਰਪੇਸ਼ ਆ ਰਹੇ ਨੇ ਜਿਨ੍ਹਾਂ ਤੇ ਖੁੱਲ੍ਹ ਕੇ ਗੱਲ ਕਰਨੀ, ਜਾਂ ਜਿਨ੍ਹਾਂ ਤੇ ਇੱਕ ਸੈਕੂਲਰ ਵੇ ਨਾਲ, ਕਿਉਂਕਿ ਹਮੇਸ਼ਾ ਦੋ ਕਿਸਮ ਦੀਆਂ ਧਿਰਾਂ ਹੁੰਦੀਆਂ ਨੇ, ਇੱਕ ਕੰਡੈਮ ਕਰਦੀ ਹੈ ਔਰ ਇੱਕ ਉਹਨੂੰ ਕਹਿੰਦੀ ਹੈ ਕਿ ਨਹੀਂ ਇਹ ਸਭ ਕੁਝ ਸਹੀ ਸੀ, ਤੇ ਇੱਕ ਕਹਿੰਦੀ ਹੈ ਕਿ ਸਭ ਕੁਝ ਗਲਤ ਸੀ, ਤੇ ਇਸ਼ੂ ਨੂੰ ਇੱਕ ਉਹ ਲੜਾਈ 'ਚ ਤਬਦੀਲ ਹੋ ਜਾਂਦਾ ਹੈ। ਪਰ ਇੱਕ ਸਾਰਥਕ ਵੇ ਨਾਲ ਗੱਲ ਕਰਨੀ, ਇੱਕ ਹੈਲਦੀ ਵੇ ਨਾਲ ਗੱਲ ਕਰਨੀ, ਉਹ ਨਹੀਂ ਹੋ ਰਹੀ, ਉਹ ਬਹੁਤ ਘੱਟ ਵੇਖਣ 'ਚ ਆ ਰਹੀ ਹੈ। ਸੋ ਅਸੀਂ ਇਸ ਪ੍ਰੋਗਰਾਮ ਨੂੰ ਕੈਰੀ ਔਨ ਰੱਖਾਂਗੇ, ਜਿਵੇਂ ਕਿ ਸਿੱਖ ਇਸ਼ੂਜ਼ ਦੇ ਸੰਬੰਧ ਵਿੱਚ ਅਸੀਂ ਗੱਲ ਕਰਦੇ ਹਾਂ। ਸੋ ਅਸੀਂ ਕੱਲ ਸੇਮ ਟਾਈਮ ਤੇ ਦੁਬਾਰਾ ਆਨਲਾਈਨ ਹੋ ਕੇ ਇਸ ਪ੍ਰੋਗਰਾਮ 'ਚ ਜਿਹੜੇ ਤੱਥ ਕੁਝ ਪਿੱਛੇ ਰਹਿ ਗਏ ਨੇ ਜਾਂ ਕੁਝ ਹੋਰ ਚੀਜ਼ਾਂ ਅਸੀਂ ਜਿਹੜੀਆਂ ਸ਼ਾਮਲ ਕਰਨੀਆਂ ਚਾਹੁੰਦੇ ਹਾਂ, ਉਹ ਲੈ ਕੇ ਅਸੀਂ ਕੱਲ ਆਪਣੇ ਸਰੋਤਿਆਂ ਦੇ ਰੂਬਰੂ ਹੋਵਾਂਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।